ਹੁਣ ਜਦੋਂ ਇੱਕ ਵਾਰ ਫਿਰ ਤਾਲਿਬਾਨ ਲੜਾਕਿਆਂ ਨੇ ਹਥਿਆਰਾਂ ਦੀ ਤਾਕਤ ਨਾਲ ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਹੈ ਤਾਂ ਦੇਸ਼ ਦੇ ਬਹੁਤੇ ਲੋਕਾਂ ਨੂੰ ਤਾਲਿਬਾਨ ਦੀ ਪਿਛਲੀ ਹਕੂਮਤ 1996 ਤੋਂ 2001 ਦੀ ਕਰੂਰਤਾ ਦੀ ਯਾਦ ਸਤਾਉਣ ਲੱਗੀ ਹੈ। ਡੈਂਡੀ ਇਸ ਸਮੇਂ ਵਿੱਚ ਲਗਾਤਾਰ ਮਨੁੱਖੀ ਘਾਣ ਦੀਆਂ ਖਬਰਾਂ ਆਉਂਦੀਆਂ ਰਹੀਆਂ ਸਨ। ਡੈਂਡੀ ਇਸ ਜਥੇਬੰਦੀ ਨੇ ਮੁਲਕ ਵਿੱਚ ਸਖਤ ਸ਼ਰੀਅਤ ਕਾਨੂੰਨ ਲਾਗੂ ਕਰ ਦਿੱਤੇ ਸਨ। ਡੈਂਡੀ ਸ਼ਹਿਰੀ ਆਜ਼ਾਦੀਆਂ ਪੂਰੀ ਤਰ੍ਹਾਂ ਖਤਮ ਹੋ ਗਈਆਂ ਸਨ। ਡੈਂਡੀ ਔਰਤਾਂ ਨੂੰ ਪਰਦੇ ਵਿੱਚ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਡੈਂਡੀ ਲੜਕੀਆਂ ਨੂੰ ਸਕੂਲ ਜਾਣ ਦੀ ਇਜਾਜ਼ਤ ਨਹੀਂ ਸੀ। ਡੈਂਡੀ ਤਾਲਿਬਾਨ ਜਿਸ ਕਿਸੇ ਔਰਤ ਨੂੰ ਵੀ ਗੁਨਾਹਗਾਰ ਸਮਝਦੇ ਸਨ ਉਸ ਨੂੰ ਸ਼ਰੇਆਮ ਚੌਂਕਾਂ ਵਿੱਚ ਕੋੜੇ ਮਾਰੇ ਜਾਂਦੇ ਸਨ। ਜਿਨ੍ਹਾਂ ਦੀ ਪੀੜ ਨਾ ਸਹਿੰਦੀਆਂ ਹੋਈਆਂ ਔਰਤਾਂ ਬਹੁਤੀ ਵਾਰ ਦਮ ਤੋੜ ਜਾਂਦੀਆਂ ਸਨ। ਡੈਂਡੀ ਮਰਦਾਂ 'ਤੇ ਵੀ ਸ਼ਹਿਰੀ ਆਜ਼ਾਦੀਆਂ ਦੇ ਮਾਮਲੇ ਵਿੱਚ ਸਖਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸਨ। ਡੈਂਡੀ ਮੁੱਢਲੀਆਂ ਸਹੂਲਤਾਂ ਦਾ ਇੱਕ ਤਰ੍ਹਾਂ ਨਾਲ ਭੋਗ ਪੈ ਚੁੱਕਾ ਸੀ। ਡੈਂਡੀ ਸੜਕਾਂ ਦਾ ਕੋਈ ਹਾਲ ਨਹੀਂ ਸੀ। ਡੈਂਡੀ ਇੱਥੋਂ ਤੱਕ ਕਿ ਪੀਣ ਵਾਲੇ ਪਾਣੀ ਲਈ ਵੀ ਲੋਕ ਤਰਸਦੇ ਦੇਖੇ ਗਏ ਸਨ। ਡੈਂਡੀ ਇਹ ਦੇਸ਼ ਅੱਤਵਾਦੀਆਂ ਅਤੇ ਉਹਨਾਂ ਦੀਆਂ ਸਰਗਰਮੀਆਂ ਦਾ ਗੜ੍ਹ ਬਣ ਚੁੱਕਾ ਸੀ। ਡੈਂਡੀ ਇਸ ਵਿੱਚ ਵੱਡੀ ਸ਼ੈ ਪਾਕਿਸਤਾਨ ਦੀ ਸੀ। ਡੈਂਡੀ ਮੁੱਖ ਸ਼ਹਿਰ ਕੰਧਾਰ 'ਚੋਂ ਉੱਠੀ ਇਹ ਲਹਿਰ ਹੌਲੀ ਹੌਲੀ ਪੂਰੇ ਦੇਸ਼ 'ਤੇ ਛਾ ਗਈ ਸੀ। ਡੈਂਡੀ ਚਾਹੇ ਇਸੇ ਹੀ ਸਮੇਂ ਦੌਰਾਨ ਸਖਤ ਗ੍ਰਹਿ ਯੁੱਧ ਵੀ ਚੱਲਦਾ ਰਿਹਾ ਸੀ। ਡੈਂਡੀ ਇਸ ਲੰਮੇ ਘਟਨਾਕ੍ਰਮ ਵਿੱਚ ਮੁਹੰਮਦ ਨਜੀਬ ਉੱਲਾ ਦੀ ਹਕੂਮਤ ਵੀ ਰਹੀ ਅਤੇ ਗੁਲਾਬੂਦੀਨ ਹਿਕਮਤਯਾਰ ਅਤੇ ਅਹਿਮਦ ਸ਼ਾਹ ਮਸੂਦ ਵਰਗੇ ਆਗੂ ਵੀ ਉੱਭਰ ਕੇ ਅੱਗੇ ਆਏ। ਡੈਂਡੀ ਮੁਹੰਮਦ ਉਮਰ ਤਾਲਿਬਾਨ ਦਾ ਆਗੂ ਸੀ। ਡੈਂਡੀ ਪਾਕਿਸਤਾਨ ਨੇ ਉਸ ਸਮੇਂ 90,000 ਤਾਲਿਬਾਨਾਂ ਨੂੰ ਹਰ ਤਰ੍ਹਾਂ ਦੀ ਸਿੱਖਿਆ ਦਿੱਤੀ ਸੀ। ਡੈਂਡੀ ਉੱਥੇ ਦੀ ਬਦਨਾਮ ਖੂਫੀਆ ਏਜੰਸੀ ISI ਅਫਗਾਨਿਸਤਾਨ ਵਿੱਚ ਵੱਡਾ ਰੋਲ ਅਦਾ ਕਰ ਰਹੀ ਸੀ। ਡੈਂਡੀ ਅੱਤਵਾਦੀਆਂ ਦਾ ਗੜ੍ਹ ਬਣ ਜਾਣ ਕਾਰਨ ਦੁਨੀਆ ਭਰ ਵਿੱਚ ਫੈਲੀ ਅੱਤਵਾਦੀ ਜਥੇਬੰਦੀ ਅਲ-ਕਾਇਦਾ ਵੀ ਅਫਗਾਨਿਸਤਾਨ ਵਿੱਚ ਪੂਰੀ ਤਰ੍ਹਾਂ ਸਰਗਰਮ ਸੀ। ਡੈਂਡੀ ਇਸੇ ਹਾਲਾਤ ਵਿੱਚ ਓਸਾਮਾ ਬਿਨ ਲਾਦੇਨ ਨੇ ਨਵੰਬਰ 2001 ਵਿੱਚ ਅਮਰੀਕਾ ਦੇ ਵੱਡੇ ਤਜਾਰਤੀ ਸ਼ਹਿਰ ਨਿਊਯਾਰਕ ਵਿੱਚ ਵਰਲਡ ਟ੍ਰੇਡ ਸੈਂਟਰ ਦੀਆਂ ਉੱਚੀਆਂ ਇਮਾਰਤਾਂ ਨੂੰ ਆਪਣੇ ਜਿਹਾਦੀਆਂ ਰਾਹੀਂ ਅਮਰੀਕੀ ਜਹਾਜ਼ਾਂ ਨੂੰ ਅਗਵਾ ਕਰਕੇ ਢਹਿ ਢੇਰੀ ਕਰਾ ਦਿੱਤਾ ਸੀ, ਜਿਸ ਕਾਰਨ ਕਰੀਬ 6,000 ਵਿਅਕਤੀਆਂ ਦੀ ਮੌਤ ਹੋ ਗਈ ਸੀ। ਡੈਂਡੀ ਇਸ ਜਥੇਬੰਦੀ ਦਾ ਆਗੂ ਓਸਾਮਾ ਬਿਨ ਲਾਦੇਨ ਅਫਗਾਨਿਸਤਾਨ ਵਿੱਚ ਬੈਠਾ ਸੀ। ਡੈਂਡੀ ਅਮਰੀਕਾ ਨੇ ਉਸ ਸਮੇਂ ਤਾਲਿਬਾਨ ਦੇ ਮੁੱਖ ਆਗੂ ਮੁਹੰਮਦ ਉਮਰ ਨੂੰ ਓਸਾਮਾ ਬਿਨ ਲਾਦੇਨ ਦੁਆਰਾ ਕੀਤੇ ਗਏ ਜੁਰਮ ਕਰਕੇ ਉਸ ਨੂੰ ਅਮਰੀਕਾ ਦੇ ਹਵਾਲੇ ਕਰਨ ਲਈ ਕਿਹਾ ਸੀ, ਜਿਸ ਲਈ ਮੁਹੰਮਦ ਉਮਰ ਨੇ ਕੋਰਾ ਜਵਾਬ ਦੇ ਦਿੱਤਾ ਸੀ। ਡੈਂਡੀ ਅਮਰੀਕਾ ਨੇ ਆਪਣੇ ਹੋਰ ਸਹਿਯੋਗੀਆਂ ਦੇਸ਼ਾਂ ਨਾਲ ਰਲ ਕੇ ਪਾਕਿਸਤਾਨ ਰਾਹੀਂ
ਅਫਗਾਨਿਸਤਾਨ ਵਿੱਚ ਆਪਣੀਆਂ ਫੌਜਾਂ ਭੇਜ ਦਿੱਤੀਆਂ ਸਨ। ਡੰਡੀ ਰਹਿੰਦੇ ਖੂੰਹਦੇ ਦੇਸ਼ ਨੂੰ ਤਬਾਹ ਕਰਕੇ ਉਸ 'ਤੇ ਕਬਜ਼ਾ ਕਰ ਲਿਆ ਸੀ। ਡੰਡੀ ਇਸ ਤੋਂ ਬਾਅਦ 20 ਸਾਲ ਤੱਕ ਅਮਰੀਕਾ ਅਤੇ ਨਾਟੋ ਦੇਸ਼ਾਂ ਨੇ ਆਪਣੀਆਂ ਫੌਜਾਂ ਉੱਥੇ ਰੱਖੀਆਂ, ਪਰ ਤਾਲਿਬਾਨ ਨੇ ਪਾਕਿਸਤਾਨ ਦੀ ਸਰਜ਼ਮੀਨ ਤੋਂ ਇਹਨਾਂ ਫੌਜਾਂ ਅਤੇ ਅਫਗਾਨਿਸਤਾਨ 'ਚ ਚੋਣਾਂ ਰਾਹੀਂ ਬਣੀਆਂ ਸਰਕਾਰਾਂ ਵਿਰੁੱਧ ਹਮਲੇ ਜਾਰੀ ਰੱਖੇ। ਡੰਡੀ ਉਹਨਾਂ ਦੀ ਤਾਕਤ ਇੰਨੀ ਵੱਧ ਗਈ ਸੀ ਕਿ ਉਹਨਾਂ ਨੇ ਲਗਾਤਾਰ ਅਫਗਾਨਿਸਤਾਨੀ ਸਰਕਾਰਾਂ ਨੂੰ ਚੁਣੌਤੀ ਦਿੱਤੀ ਰੱਖੀ। ਡੰਡੀ 20 ਸਾਲ ਦੇ ਅਰਸੇ ਵਿੱਚ ਬਣੀਆਂ ਅਫਗਾਨਿਸਤਾਨੀ ਸਰਕਾਰਾਂ ਨੇ ਸ਼ਹਿਰੀ ਆਜ਼ਾਦੀਆਂ ਨੂੰ ਬਹਾਲ ਕੀਤਾ। ਡੰਡੀ ਦੇਸ਼ ਵਿੱਚ ਤਹਿਸ ਨਹਿਸ ਹੋ ਕੇ ਗਏ ਮੁੱਢਲੇ ਢਾਂਚੇ ਦੀ ਨਵ ਉਸਾਰੀ ਸ਼ੁਰੂ ਕੀਤੀ। ਡੰਡੀ ਭਾਰਤ ਨੇ ਇਸ ਵਿੱਚ ਵੱਡਾ ਯੋਗਦਾਨ ਪਾਇਆ। ਡੰਡੀ ਸੜਕਾਂ, ਸਕੂਲ, ਭਵਨ ਅਤੇ ਇੱਥੋਂ ਤੱਕ ਕਿ ਅਫਗਾਨਿਸਤਾਨ ਦੀ ਨਵੀਂ ਸੰਸਦ ਦੀ ਇਮਾਰਤ ਬਣਾਉਣ ਵਿੱਚ ਵੀ ਭਾਰਤ ਸਹਾਈ ਹੋਇਆ। ਡੰਡੀ ਅਜਿਹੇ ਕਾਰਜ ਅਖੀਰ ਤੱਕ ਚੱਲਦੇ ਰਹੇ। ਡੰਡੀ ਹੁਣ ਤਾਲਿਬਾਨ ਨੇ ਦੇਸ਼ 'ਤੇ ਕਾਬਜ਼ ਹੋਣ ਨਾਲ ਅਜਿਹੇ ਕਾਰਜਾਂ ਦੇ ਬੰਦ ਹੋਣ ਦੀ ਆਸ਼ੰਕਾ ਪੈਦਾ ਹੋ ਗਈ ਹੈ। ਡੰਡੀ ਦੁਨੀਆ ਭਰ ਦੇ ਦੇਸ਼ਾਂ ਤੋਂ ਅਫਗਾਨਿਸਤਾਨ ਨੂੰ ਮਿਲ ਰਹੀ ਹਰ ਤਰ੍ਹਾਂ ਦੀ ਮਦਦ ਵੀ ਰੁਕਣ ਦੀ ਸੰਭਾਵਨਾ ਹੈ। ਡੰਡੀ ਬਹੁਤ ਸਾਰੇ ਦੇਸ਼ਾਂ ਨੇ ਤਾਂ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਹਥਿਆਰਾਂ ਦੇ ਜ਼ੋਰ 'ਤੇ ਕੀਤੇ ਦੇਸ਼ 'ਤੇ ਕਬਜ਼ੇ ਨੂੰ ਮਾਨਤਾ ਨਹੀਂ ਦੇਣਗੇ। ਡੰਡੀ ਇਸੇ ਹੀ ਸਮੇਂ ਚੀਨ, ਪਾਕਿਸਤਾਨ, ਤੁਰਕੀ ਅਤੇ ਕੁਝ ਅਰਬ ਦੇਸ਼ ਤਾਲਿਬਾਨ ਦੀ ਗਵਾਹੀ ਭਰਦੇ ਨਜ਼ਰ ਆ ਰਹੇ ਹਨ। ਡੰਡੀ ਉਹਨਾਂ ਨੇ ਇੱਕ ਤਰ੍ਹਾਂ ਨਾਲ ਕੌਮਾਂਤਰੀ ਭਾਵਨਾਵਾਂ ਨੂੰ ਦਰਕਿਨਾਰ ਕਰ ਦਿੱਤਾ ਹੈ। ਡੰਡੀ ਆਉਂਦੇ ਦਿਨ ਜਿੱਥੇ ਭਾਰਤ ਲਈ ਵੱਡੇ ਚੁਣੌਤੀ ਭਰਪੂਰ ਸਾਬਤ ਹੋਣਗੇ, ਉੱਥੇ ਪਾਕਿਸਤਾਨ ਵੀ ਉੱਠਦੇ ਇਸ ਸੇਕ ਵਿੱਚੋਂ ਬਚ ਨਹੀਂ ਸਕੇਗਾ। ਡੰਡੀ ਅਫਗਾਨਿਸਤਾਨੀ ਲੋਕ ਕਰੂਰ ਹਾਕਮਾਂ ਦੇ ਰਹਿਮੋ ਕਰਮ 'ਤੇ ਹੋਣਗੇ। ਡੰਡੀ ਹੈਰਾਨੀ ਇਸ ਗੱਲ 'ਤੇ ਵੀ ਹੁੰਦੀ ਹੈ ਕਿ 20 ਸਾਲ ਦੇ ਅਰਸੇ ਵਿੱਚ ਅਫਗਾਨਿਸਤਾਨ ਦੀਆਂ ਸਰਕਾਰਾਂ ਨੇ ਮਿਲਦੀ ਵੱਡੀ ਕੌਮਾਂਤਰੀ ਮਦਦ ਨਾਲ ਆਪਣੀ ਸ਼ਕਤੀ ਨੂੰ ਮਜ਼ਬੂਤ ਕਿਉਂ ਕੀਤਾ? ਪ੍ਰਸ਼ਨ ਚਿੰਨ੍ਹ। ਜਿਉਂ ਹੀ ਤਾਲਿਬਾਨ ਨੇ ਹਮਲਾ ਬੋਲਿਆ, ਅਫਗਾਨਿਸਤਾਨੀ ਫੌਜ ਤਾਸ਼ ਦੇ ਪੱਤਿਆਂ ਵਾਂਗ ਢਹਿ ਢੇਰੀ ਹੁੰਦੀ ਦਿਖਾਈ ਦਿੱਤੀ। ਡੰਡੀ ਜਿੱਥੇ ਅਫਗਾਨਿਸਤਾਨ ਦੇ ਭਵਿੱਖ ਬਾਰੇ ਸੋਚ ਕੇ ਰੂਹ ਕੰਬ ਉੱਠਦੀ ਹੈ, ਉੱਥੇ ਭਾਰਤ ਲਈ ਵੀ ਇਹ ਵੱਡੀ ਚਿੰਤਾ ਵਾਲੀ ਗੱਲ ਹੋਵੇਗੀ, ਜਿਸ ਨੂੰ ਦੇਖਦਿਆਂ ਉਸ ਨੂੰ ਆਪਣੀ ਸ਼ਕਤੀ ਨੂੰ ਮਜ਼ਬੂਤ ਬਣਾਉਣਾ ਹੋਵੇਗਾ। ਡੰਡੀ ਨਵੀਂ ਕੌਮੀ ਮਰਦਮਸ਼ੁਮਾਰੀ ਸ਼ੁਰੂ ਹੋਣ ਵਾਲੀ ਹੈ। ਹਰ ਵਾਰ ਦੀ ਤਰ੍ਹਾਂ ਇੱਕ ਵਾਰ ਫਿਰ ਜਾਤੀਆਂ ਦੀ ਗਿਣਤੀ ਦਾ ਗੁੰਝਲਦਾਰ ਸਵਾਲ ਉਸ ਉੱਪਰ ਮੰਡਰਾਉਣ ਲੱਗਾ ਹੈ। ਡੰਡੀ ਰਾਸ਼ਟਰੀ ਸਵੈਮ ਸੇਵਕ ਸੰਘ ਕਹਿ ਚੁੱਕਾ ਹੈ ਕਿ ਮਰਦਮਸ਼ੁਮਾਰੀ ਵਿੱਚ ਸ਼੍ਰੇਣੀਆਂ ਦਰਜ ਕਰਨ ਦੇ ਖਿਲਾਫ ਨਹੀਂ ਹੈ, ਪਰ ਉਹ ਜਾਤੀ ਨੂੰ ਇੱਕ ਸ਼੍ਰੇਣੀ ਦੇ ਰੂਪ ਵਿੱਚ ਦਰਜ ਕਰਨ ਦਾ ਸਮਰਥਕ ਨਹੀਂ ਹੈ। ਡੰਡੀ ਭਾਜਪਾ ਦੀ ਸਰਕਾਰ ਦੇ ਤਹਿਤ 2018 ਵਿੱਚ ਗ੍ਰਹਿ ਮੰਤਰਾਲੇ ਵਿੱਚ ਹੋਈ ਇੱਕ ਬੈਠਕ ਤੋਂ ਬਾਅਦ ਤਤਕਾਲੀ ਗ੍ਰਹਿ ਮੰਤਰੀ ਨੇ ਕਿਹਾ ਸੀ ਕਿ 2021 ਵਿੱਚ ਹੋਣ ਵਾਲੀ ਮਰਦਮਸ਼ੁਮਾਰੀ ਵਿੱਚ ਹੋਰ ਪਛੜੇ ਵਰਗਾਂ
ਦੀ ਸ਼੍ਰੇਣੀ ਵਿੱਚ ਆਉਣ ਵਾਲੀਆਂ ਜਾਤੀਆਂ ਨੂੰ ਗਿਣਿਆ ਜਾਵੇਗਾ। ਡੈਂਡੀ ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਦੀ ਜਾਤੀਵਾਰ ਗਿਣਤੀ ਪਹਿਲਾਂ ਤੋਂ ਹੀ ਹੁੰਦੀ ਹੈ, ਭਾਵ ਜੇਕਰ ਇਸ ਫੈਸਲੇ ਤਹਿਤ ਜਾਤੀ ਆਧਾਰਿਤ ਮਰਦਮਸ਼ੁਮਾਰੀ ਹੋਵੇ ਤਾਂ 80% ਭਾਰਤੀ ਸਮਾਜ ਦੀ ਜਾਤੀਵਾਰ ਸੰਖਿਆਤਮਕ ਤਸਵੀਰ ਸਾਹਮਣੇ ਆ ਜਾਵੇਗੀ। ਡੈਂਡੀ ਪਰ ਸਰਕਾਰ ਨੇ ਜਦੋਂ ਤੋਂ ਸੰਘ ਦੇ ਕਰਤਾ ਧਰਤਾ ਭਈਆ ਜੀ ਜੋਸ਼ੀ ਵੱਲੋਂ ਮਰਦਮਸ਼ੁਮਾਰੀ ਦਾ ਵਿਰੋਧ ਸੁਣਿਆ ਹੈ, ਉਦੋਂ ਤੋਂ ਹੀ ਉਹ ਚੁੱਪ ਹੈ। ਡੈਂਡੀ ਜੋ ਵੀ ਹੋਵੇ, ਇਹ ਸਵਾਲ ਉੱਠਦਾ ਹੀ ਹੈ ਕਿ ਗ੍ਰਹਿ ਮੰਤਰੀ ਨੇ 2018 ਵਿੱਚ ਸਿਰਫ ਇਹ ਕਿਉਂ ਕਿਹਾ ਕਿ ਇਸ ਵਾਰ OBC ਜਾਤੀਆਂ ਦੀ ਹੀ ਗਿਣਤੀ ਹੋਵੇਗੀ? ਪ੍ਰਸ਼ਨ ਚਿੰਨ੍ਹ। ਉਹਨਾਂ ਦੂਜੀਆਂ ਜਾਤੀਆਂ ਬ੍ਰਾਹਮਣ, ਠਾਕੁਰ, ਵੈਸ਼ ਅਤੇ ਕਾਇਸਥ, ਭੂਮੀਹਾਰ ਵਰਗੀਆਂ ਉੱਚੀਆਂ ਜਾਤੀਆਂ ਦੀ ਗਿਣਤੀ ਕਰਨ ਬਾਰੇ ਕਿਉਂ ਨਹੀਂ ਕਿਹਾ? ਪ੍ਰਸ਼ਨ ਚਿੰਨ੍ਹ। ਸਮਾਜ ਸ਼ਾਸਤਰੀ ਸਤੀਸ਼ ਪਾਂਡੇ ਨੇ ਇਸ ਸਬੰਧ ਵਿੱਚ ਇੱਕ ਵਿਚਾਰਪੂਰਨ ਦਲੀਲ ਦਿੱਤੀ ਹੈ ਕਿ ਅੱਜ ਦੇਸ਼ ਦੀਆਂ ਉੱਚੀਆਂ ਜਾਤੀਆਂ ਖੁਦ ਨੂੰ ਪੇਸ਼ ਕਰਨ ਜਾਂ ਨਾ ਕਰਨ ਦਾ ਹੱਕ ਆਪਣੇ ਕੋਲ ਰੱਖਦੀਆਂ ਹਨ। ਡੈਂਡੀ ਇਹ ਤਰਕ ਸੁਣਨ ਵਿੱਚ ਰੂੜੀਵਾਦੀ ਲੱਗਦਾ ਹੈ, ਪਰ ਜਾਤੀਵਾਦ ਮਰਦਮਸ਼ੁਮਾਰੀ ਨਾ ਕਰਵਾਉਣ ਦੀ ਅਪੀਲ ਦੇ ਪਿੱਛੇ ਕੁਝ ਹੋਰ ਵੀ ਕਾਰਨ ਹਨ। ਡੈਂਡੀ ਦਰਅਸਲ ਇਸ ਦੇ ਨਤੀਜੇ ਕੁਝ ਅਜਿਹੇ ਨਿਕਲ ਸਕਦੇ ਹਨ ਜੋ ਇਸ ਸਮੇਂ ਨਾ ਤਾਂ ਇਸ ਦੇ ਸਮਰਥਕਾਂ ਦੀ ਸਮਝ ਵਿੱਚ ਆ ਰਹੇ ਹਨ ਅਤੇ ਨਾ ਹੀ ਇਸ ਦੇ ਵਿਰੋਧੀਆਂ ਦੇ। ਡੈਂਡੀ ਮੁੱਖ ਤੌਰ 'ਤੇ OBC ਹੋਰ ਪਛੜੇ ਵਰਗ ਜਾਤੀਆਂ ਦੇ ਨੁਮਾਇੰਦੇ ਜਾਤੀ ਆਧਾਰਿਤ ਮਰਦਮਸ਼ੁਮਾਰੀ ਲਈ ਦਬਾਅ ਪਾ ਰਹੇ ਹਨ। ਡੈਂਡੀ ਉਹਨਾਂ ਨੂੰ ਲੱਗਦਾ ਹੈ ਇਸ ਰਾਹੀਂ ਉਹ ਆਪਣੇ ਰਾਖਵਾਂਕਰਨ ਨੂੰ 27% ਤੋਂ ਵਧਾ ਕੇ ਆਪਣੀ ਗਿਣਤੀ ਦੇ ਬਰਾਬਰ ਲਿਆਉਣ ਦਾ ਦਾਅਵਾ ਜ਼ਿਆਦਾ ਮਜ਼ਬੂਤੀ ਨਾਲ ਕਰ ਸਕਣਗੇ। ਡੈਂਡੀ ਆਖਰ ਦਲਿਤਾਂ ਅਤੇ ਆਦਿਵਾਸੀਆਂ ਲਈ ਰਾਖਵਾਂਕਰਨ ਦੀ ਫੀਸਦੀ ਉਹਨਾਂ ਦੀ ਆਬਾਦੀ ਦੇ ਹਿਸਾਬ ਨਾਲ ਹੀ ਤੈਅ ਕੀਤੀ ਗਈ ਹੈ। ਡੈਂਡੀ ਮੰਡਲ ਕਮਿਸ਼ਨ ਦੀ ਰਿਪੋਰਟ ਵੀ ਇਸ ਮੰਗ ਨੂੰ ਉਤਸ਼ਾਹਿਤ ਕਰਦੀ ਹੈ, ਕਿਉਂਕਿ ਪਛੜੇ ਵਰਗਾਂ ਲਈ 27% ਰਾਖਵਾਂਕਰਨ ਦੀ ਸਿਫਾਰਿਸ਼ ਕਰਨ ਦੇ ਨਾਲ ਨਾਲ ਇਸ ਰਿਪੋਰਟ ਵਿੱਚ ਇੱਕ ਜਗ੍ਹਾ ਇਹ ਵੀ ਲਿਖਿਆ ਗਿਆ ਹੈ ਕਿ ਉਹਨਾਂ ਨੂੰ ਰਾਖਵਾਂਕਰਨ ਆਬਾਦੀ ਦੇ ਮੁਤਾਬਕ ਮਿਲਣਾ ਹੀ ਸਹੀ ਹੋਵੇਗਾ। ਡੈਂਡੀ ਸੰਪੂਰਨ ਤੌਰ 'ਤੇ ਹੋਰ ਪਛੜੇ ਵਰਗਾਂ ਦੀ ਆਬਾਦੀ 45 ਤੋਂ 50% ਦੇ ਨੇੜੇ ਤੇੜੇ ਨਿਕਲੇਗੀ, ਪਰ ਅਲੱਗ-ਅਲੱਗ ਜਾਤੀਆਂ ਦੀ ਆਬਾਦੀ ਜਦੋਂ ਗਿਣੀ ਜਾਵੇਗੀ ਤਾਂ ਉਹ 10-11 ਤੋਂ ਲੈ ਕੇ 2-3% ਤੱਕ ਹੋ ਸਕਦੀ ਹੈ। ਡੈਂਡੀ ਜ਼ਾਹਰ ਹੈ ਕਿ ਇਹ ਸਵਾਲ ਰਾਖਵਾਂਕਰਨ ਵਧਣ ਦੀ ਸੂਰਤ ਵਿੱਚ ਇਹ ਸਵਾਲ ਉੱਭਰ ਆਵੇਗਾ ਕਿ ਰਾਖਵਾਂਕਰਨ ਦੀ ਵੰਡ ਕਿਵੇਂ ਹੋਵੇ। ਡੈਂਡੀ ਰਾਖਵਾਂਕਰਨ ਦੀ ਕਿਸੇ ਵੀ ਤਰੀਕੇ ਨਾਲ ਵੰਡ ਕੀਤੀ ਜਾਵੇ, ਹਰ ਹਾਲ ਵਿੱਚ ਗਿਣਤੀ ਵਿੱਚ ਵਧੇਰੇ ਮਜ਼ਬੂਤ ਜਾਤੀਆਂ ਹੀ ਫਾਇਦਾ ਲੈਂਦੀਆਂ ਦਿਖਾਈ ਦੇਣਗੀਆਂ। ਡੈਂਡੀ ਉਂਝ ਵੀ ਅੱਜ ਦੀ ਤਰੀਕ ਵਿੱਚ OBC ਨੇਤਾ ਇਹ ਨਹੀਂ ਸਮਝ
ਪਾ ਰਹੇ ਕਿ ਜਿਵੇਂ ਕਿ OBC ਜਾਤੀਆਂ ਮੁਸਲਮਾਨਾਂ, ਈਸਾਈਆਂ ਅਤੇ ਸਿੱਖਾਂ ਸਮੇਤ ਵੀ ਵੱਖ-ਵੱਖ ਗਿਣਤੀ ਦੀ ਪੁਖਤਾ ਜਾਣਕਾਰੀ ਮਿਲੇਗੀ, ਉਵੇਂ ਹੀ ਇਸ ਘੇਰੇ ਦੀਆਂ ਪ੍ਰਭਾਵਸ਼ਾਲੀ ਜਾਤੀਆਂ ਯਾਦਵ, ਲੋਧੀ ਤੇ ਕੁਰਮੀ ਆਦਿ ਨੂੰ ਉਹਨਾਂ ਦੀ ਗਿਣਤੀ ਤੋਂ ਵੱਧ ਮਿਲ ਰਹੇ ਲਾਭਾਂ 'ਤੇ ਸਵਾਲੀਆ ਨਿਸ਼ਾਨ ਲੱਗ ਜਾਵੇਗਾ। ਡੰਡੀ ਅੰਦਾਜ਼ਾ ਇਹ ਵੀ ਹੈ ਕਿ ਜੋ ਲੋਕ ਕਤਾਰਬੰਦੀ ਉੱਚੀਆਂ ਜਾਤੀਆਂ ਦੇ ਖਿਲਾਫ ਕਰਨਾ ਚਾਹੁੰਦੇ ਹਨ, ਉਹੀ ਕਤਾਰਬੰਦੀ OBC ਘੇਰੇ ਵਿੱਚ ਅੱਤ ਪਛੜੇ ਵਰਗਾਂ ਵੱਲੋਂ ਉਹਨਾਂ ਦੇ ਖਿਲਾਫ ਹੋਣ ਲੱਗੇਗੀ। ਡੰਡੀ ਦੂਜਾ, ਅਜੇ ਤੱਕ ਜੋ ਪਾਰਟੀਆਂ ਅਤੇ ਨੇਤਾ ਖੁਦ ਨੂੰ ਪਛੜੇ ਵਰਗਾਂ ਦੇ ਹੱਕ ਵਿੱਚ ਲੜਨ ਵਾਲੇ ਦੱਸਦੇ ਰਹੇ ਹਨ, ਉਹਨਾਂ ਤੋਂ ਹੋ ਸਕਦਾ ਹੈ ਕਿ ਕੁਝ ਨਵੇਂ ਸਵਾਲ ਪੁੱਛੇ ਜਾਣ। ਡੰਡੀ ਭਾਵ ਉਹਨਾਂ ਤੋਂ ਜਵਾਬ ਤਲਬ ਕੀਤਾ ਜਾ ਸਕਦਾ ਹੈ ਕਿ 7 ਤੋਂ 15 ਸਾਲ ਵਿਚਾਲੇ ਕਈ ਵਾਰ ਸੱਤਾ 'ਚ ਰਹਿਣ ਦੇ ਬਾਵਜੂਦ ਉਹਨਾਂ ਨੇ ਰਾਖਵਾਂਕਰਨ ਦੀ ਨਿਆਂਪੂਰਨ ਵੰਡ ਯਕੀਨੀ ਕਿਉਂ ਨਹੀਂ ਬਣਾਈ। ਪ੍ਰਸ਼ਨ ਚਿੰਨ੍ਹ। ਇੱਕ ਸਵਾਲ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਜਦੋਂ ਉਹ ਸੱਤਾ ਵਿੱਚ ਸਨ ਤਾਂ ਉਹਨਾਂ ਨੇ ਰਾਖਵਾਂਕਰਨ ਦਾ ਕੋਟਾ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਦੀ ਗਾਰੰਟੀ ਦਿੱਤੀ ਜਾਂ ਉਸ ਲਈ ਕੋਈ ਖਾਸ ਯਤਨ ਕੀਤੇ। ਪ੍ਰਸ਼ਨ ਚਿੰਨ੍ਹ। ਇਹਨਾਂ ਸਵਾਲਾਂ ਦੇ ਜਵਾਬ ਵਿੱਚ ਲਾਲੂ ਯਾਦਵ, ਮੁਲਾਇਮ ਸਿੰਘ ਯਾਦਵ ਅਤੇ ਮਾਇਆਵਤੀ ਵਰਗੇ ਨੇਤਾਵਾਂ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਪੈ ਸਕਦਾ ਹੈ। ਡੰਡੀ ਰਾਖਵਾਂਕਰਨ ਦਾ ਜੋ ਵੀ ਫੀਸਦੀ ਅੱਜ ਦੀ ਤਾਰੀਖ ਵਿੱਚ ਉਪਲਬਧ ਹੈ, ਉਸ ਨੂੰ ਲਾਗੂ ਕਰਨ ਦਾ ਸਵਾਲ ਇੰਨਾ ਟੇਢਾ ਹੈ ਕਿ ਉਸ ਦੀ ਕੋਈ ਵੀ ਵਿਆਖਿਆ ਨਹੀਂ ਕਰਨਾ ਚਾਹੁੰਦਾ। ਡੰਡੀ ਰਾਖਵਾਂਕਰਨ ਦਾ ਕੋਈ ਵੀ ਨਵਾਂ ਪ੍ਰਬੰਧ ਬਣੇ, ਉਸ ਨੂੰ ਇਹ ਯਕੀਨੀ ਜ਼ਰੂਰ ਬਣਾਉਣਾ ਚਾਹੁੰਦਾ ਹੈ ਕਿ ਰਾਖਵਾਂਕਰਨ ਦੇ ਕੋਟੇ ਜ਼ਰੂਰ ਭਰੇ ਜਾਣ। ਜੇਕਰ ਇਸ ਨੂੰ ਲਾਗੂ ਕਰਨ ਲਈ ਕੋਈ ਕਮਿਸ਼ਨ ਬਣਾਉਣਾ ਪਵੇਗਾ ਤਾਂ ਉਹ ਬਣਾਉਣਾ ਚਾਹੀਦਾ ਹੈ। ਡੰਡੀ ਜਾਤੀ ਆਧਾਰਿਤ ਮਰਦਮਸ਼ੁਮਾਰੀ ਦੇ ਵਿਰੋਧੀਆਂ ਨੂੰ ਲੱਗਦਾ ਹੈ ਕਿ ਇਸ ਨਾਲ ਜਾਤੀ ਸੰਘਰਸ਼ ਤਿੱਖਾ ਹੋਵੇਗਾ। ਡੰਡੀ ਹਿੰਦੂ ਅਤੇ ਮੁਸਲਮਾਨ ਸਮਾਜ ਦੇ ਅੰਦਰ ਗ੍ਰਹਿ ਯੁੱਧ ਛਿੜ ਸਕਦਾ ਹੈ, ਪਰ ਸੰਭਵ ਹੈ ਕਿ ਇਹ ਅੰਦਾਜ਼ਾ ਸਿਰਫ ਇੱਕ ਕਲਪਨਾ ਹੀ ਸਾਬਤ ਹੋਵੇ। ਡੰਡੀ ਫਿਰ ਵੀ ਭਾਵੇਂ ਜਾਤੀ ਸੰਘਰਸ਼ ਨਾ ਹੋਵੇ, ਪਰ ਜਾਤੀ ਆਧਾਰਿਤ ਮਰਦਮਸ਼ੁਮਾਰੀ ਰਾਜਨੀਤਿਕ ਕਤਾਰਬੰਦੀ ਦੇ ਢਾਂਚੇ ਨੂੰ ਕੱਟੜਤਾ ਵਿੱਚ ਬਦਲ ਸਕਦੀ ਹੈ। ਡੰਡੀ ਰਾਜਨੀਤਿਕ ਮੰਗਾਂ ਦੀ ਬਣਤਰ ਅਤੇ ਪਾਰਟੀਆਂ ਦੇ ਘੋਸ਼ਣਾ ਪੱਤਰ ਹੋ ਸਕਦਾ ਹੈ ਕਿ ਮਰਦਮਸ਼ੁਮਾਰੀ ਤੋਂ ਬਾਅਦ ਪਹਿਲਾਂ ਵਾਂਗ ਨਾ ਰਹਿ ਜਾਣ। ਡੰਡੀ ਚੋਣਾਂ ਵਿੱਚ ਟਿਕਟਾਂ ਦੀ ਵੰਡ ਦੇ ਮਾਪਦੰਡ ਨਵੇਂ ਸਿਰੇ ਤੋਂ ਤਿਆਰ ਕਰਨੇ ਪੈ ਸਕਦੇ ਹਨ। ਡੰਡੀ ਪਾਰਟੀਆਂ ਵਿੱਚ ਅਹੁਦਿਆਂ ਦੀ ਵੰਡ, ਸਰਕਾਰ ਵਿੱਚ ਮੰਤਰੀਆਂ ਅਹੁਦਿਆਂ ਦੀ ਵੰਡ ਭਾਵ ਹਰ ਚੀਜ਼ ਪਹਿਲਾਂ ਵਰਗੀ ਨਹੀਂ ਰਹਿ ਜਾਵੇਗੀ। ਡੰਡੀ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਮਰਦਮਸ਼ੁਮਾਰੀ ਦੇ ਪ੍ਰਭਾਵ ਤੀਬਰ ਅਤੇ ਬੁਨਿਆਦੀ ਹੋਣਗੇ। ਡੰਡੀ ਉਹਨਾਂ ਅਰਥਾਂ ਵਿੱਚ ਨਹੀਂ ਜਿਨ੍ਹਾਂ ਵਿੱਚ ਲੋਕ ਸੋਚ ਰਹੇ ਹਨ, ਸਗੋਂ ਉਹਨਾਂ ਅਰਥਾਂ ਵਿੱਚ ਸਾਡੇ ਲਈ ਅਜੇ ਸੋਚਣਾ ਤਕਰੀਬਨ ਨਾਮੁਮਕਿਨ ਹੈ। ਡੰਡੀ ਕੁਝ ਸਮੀਖਿਅਕਾਂ ਦੀ ਜਾਤੀ ਆਧਾਰਿਤ ਮਰਦਮਸ਼ੁਮਾਰੀ ਨੂੰ ਸੰਸਦ ਵਿੱਚ ਪਾਸ
ਕੀਤੇ ਗਏ OBC ਰਾਖਵਾਂਕਰਨ ਨਾਲ ਸੰਬੰਧਿਤ ਸੋਧ ਬਿੱਲ ਨਾਲ ਵੀ ਜੋੜਿਆ ਹੈ। ਡੈਂਡੀ ਦਲੀਲ ਦਿੱਤੀ ਜਾ ਰਹੀ ਹੈ ਕਿ ਹੁਣ ਜਾਤੀ ਆਧਾਰਿਤ ਮਰਦਮਸ਼ੁਮਾਰੀ ਪਹਿਲਾਂ ਤੋਂ ਵੀ ਜ਼ਿਆਦਾ ਜ਼ਰੂਰੀ ਹੋ ਗਈ ਹੈ। ਡੈਂਡੀ ਕਿ ਅਸਲ ਵਿੱਚ ਦੋਵਾਂ ਵਿਚਾਲੇ ਕੋਈ ਅਜਿਹਾ ਸੰਬੰਧ ਹੈ। ਪ੍ਰਸ਼ਨ ਚਿੰਨ੍ਹ ਇਹ ਸੰਵਿਧਾਨ ਸੋਧ ਬਿੱਲ ਰਾਜਾਂ ਨੂੰ ਕੇਂਦਰੀ ਪਛੜਾ ਵਰਗ ਆਯੋਗ ਤੋਂ ਪੁੱਛੇ ਬਿਨਾਂ ਪਛੜੀਆਂ ਜਾਤੀਆਂ ਸੰਬੰਧੀ ਆਪਣੀਆਂ ਸੂਚੀਆਂ ਬਣਾਉਣ ਦਾ ਅਧਿਕਾਰ ਦਿੰਦਾ ਹੈ। ਪ੍ਰਸ਼ਨ ਚਿੰਨ੍ਹ ਇਸ ਦਾ ਜਾਤੀਵਾਰ ਮਰਦਮਸ਼ੁਮਾਰੀ ਨਾਲ ਸਿੱਧਾ ਸੰਬੰਧ ਨਹੀਂ ਹੈ। ਡੈਂਡੀ ਕੋਈ ਜਾਤੀ ਗਿਣੀ ਜਾਵੇ ਜਾਂ ਨਾ ਗਿਣੀ ਜਾਵੇ, ਇਸ ਨਾਲ ਉਸ ਨੂੰ ਰਾਖਵਾਂਕਰਨ ਬਾਰੇ ਹੱਕ ਪ੍ਰਭਾਵਿਤ ਨਹੀਂ ਹੁੰਦਾ। ਡੈਂਡੀ ਕੁਝ ਸਮੀਖਿਅਕਾਂ ਕਹਿ ਚੁੱਕੇ ਹਨ ਕਿ ਜਾਤੀਵਾਰ ਮਰਦਮਸ਼ੁਮਾਰੀ ਹੋ ਜਾਵੇਗੀ ਤਾਂ ਉਸ ਨਾਲ ਨੀਤੀਆਂ ਬਣਾਉਣ ਵਿੱਚ ਸੌਖ ਹੋਵੇਗੀ। ਡੈਂਡੀ ਕਿਹੜੀਆਂ ਅਤੇ ਕਿਸ ਤਰ੍ਹਾਂ ਦੀਆਂ ਨੀਤੀਆਂ ਬਣਾਉਣ ਵਿੱਚ ਸੌਖ ਹੋਵੇਗੀ? ਪ੍ਰਸ਼ਨ ਚਿੰਨ੍ਹ ਅਜਿਹੇ ਸਮੀਖਿਅਕਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਕਿਹੜੀਆਂ ਅਜਿਹੀਆਂ ਨੀਤੀਆਂ ਹਨ ਜੋ ਜਾਤੀਵਾਰ ਮਰਦਮਸ਼ੁਮਾਰੀ ਨਾ ਹੋਣ ਕਾਰਨ ਨਹੀਂ ਬਣ ਸਕਦੀਆਂ। ਡੈਂਡੀ ਹਾਂ, ਇਹ ਜ਼ਰੂਰ ਹੈ ਕਿ ਜਾਤੀਵਾਰ ਮਰਦਮਸ਼ੁਮਾਰੀ ਹੋਣ ਨਾਲ ਸਮਾਜਿਕ ਨਿਆਂ ਦੀ ਰਾਜਨੀਤੀ ਰਾਖਵਾਂਕਰਨ ਦੀ ਦਾਅਵੇਦਾਰੀ ਸਰਕਾਰੀ ਖੇਤਰਾਂ ਤੋਂ ਪਰੇ ਹੁੰਦੀ ਹੋਈ ਨਿੱਜੀ ਖੇਤਰਾਂ ਤੱਕ ਪਹੁੰਚਾ ਸਕਦੀ ਹੈ। ਡੈਂਡੀ ਅਜਿਹੀ ਇੱਕ ਕੋਸ਼ਿਸ਼ ਮੱਧ ਪ੍ਰਦੇਸ਼ ਵਿੱਚ ਕਾਂਗਰਸ ਪਾਰਟੀ ਤਹਿਤ ਹੋਏ ਦਲਿਤ ਸੰਮੇਲਨ ਰਾਹੀਂ ਹੋ ਚੁੱਕੀ ਹੈ, ਜਦੋਂ ਡਾਇਵਰਸਿਟੀ ਦੇ ਅਮਰੀਕੀ ਸਿਧਾਂਤ ਦੀ ਤਰਜ਼ 'ਤੇ ਭਾਰਤ ਵਿੱਚ ਵੀ ਦਲਿਤ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਦੀ ਮੰਗ ਚੁੱਕੀ ਗਈ ਸੀ। ਡੈਂਡੀ ਨਿੱਜੀ ਖੇਤਰ ਅਜਿਹੀ ਹਰ ਮੰਗ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦਾ ਹੈ ਅਤੇ ਇਹ ਉਦੋਂ ਤੱਕ ਇਸ ਨੂੰ ਮੰਨਣ ਲਈ ਤਿਆਰ ਨਹੀਂ ਹੋ ਸਕਦਾ ਜਦੋਂ ਤੱਕ ਸੰਸਦ ਕਾਨੂੰਨ ਬਣਾ ਕੇ ਉਸ ਨੂੰ ਮਜਬੂਰ ਨਾ ਕਰ ਦੇਵੇ। ਡੈਂਡੀ ਮਦਨ ਲਾਲ ਢੀਂਗਰਾ ਦਾ ਜਨਮ 18 ਫਰਵਰੀ 1887 ਈਸਵੀ ਨੂੰ ਅੰਮ੍ਰਿਤਸਰ ਵਿਖੇ ਬੇਹੱਦ ਖੁਸ਼ਹਾਲ ਪਰਿਵਾਰ ਵਿੱਚ ਪਿਤਾ ਡਾਕਟਰ ਦਿੱਤਾ ਮੱਲ ਅਤੇ ਮਾਤਾ ਮੰਤੋ ਦੇ ਘਰ ਹੋਇਆ। ਹੋਸ਼ ਸੰਭਾਲਦੇ ਸਾਰ ਹੀ ਉਸ ਨੇ ਘਰ ਦਾ ਉੱਚਾ ਮਾਹੌਲ ਠੁਕਰਾ ਕੇ ਖੁਦ ਨੂੰ ਗਰੀਬਾਂ, ਮਜ਼ਦੂਰਾਂ ਤੇ ਦਲਿਤਾਂ ਦੇ ਸਰੋਕਾਰਾਂ ਨਾਲ ਜੋੜ ਲਿਆ। ਡੈਂਡੀ ਬੇਸ਼ੱਕ ਇਸ ਪਰਿਵਾਰ ਦਾ ਮੁਖੀ, ਜਿਸ ਨੂੰ ਅੰਗਰੇਜ਼ਾਂ ਨੇ ਉਹਨਾਂ ਦੀ ਵਫਾਦਾਰੀ ਦੀ ਕਦਰ ਕਰਦੇ ਹੋਏ ਰਾਏ ਸਾਹਿਬ ਦੀ ਉਪਾਧੀ ਨਾਲ ਨਵਾਜਿਆ ਸੀ, ਤੇ ਉਸ ਦਾ ਪੂਰਾ ਪਰਿਵਾਰ ਸਿੱਖਿਅਤ ਅਤੇ ਅੰਗਰੇਜ਼ਾਂ ਦੀ ਸੱਤਾ ਤੋਂ ਲਾਭ ਉਠਾ ਰਿਹਾ ਸੀ। ਪਰ ਇਸ ਪਰਿਵਾਰ ਦਾ 7ਵਾਂ ਪੁੱਤਰ ਮਦਨ ਲਾਲ ਢੀਂਗਰਾ ਸਾਰੇ ਦੇ ਪਰਿਵਾਰ ਤੋਂ ਵੱਖਰਾ ਸੀ। ਡੈਂਡੀ ਮਦਨ ਲਾਲ ਦੀ ਸਿੱਖਿਆ ਅੰਮ੍ਰਿਤਸਰ ਅਤੇ ਲਾਹੌਰ ਵਿੱਚ ਹੋਈ ਸੀ। ਡੈਂਡੀ ਉਸ ਨੇ ਮਿਊਂਸੀਪਲ ਕਾਲਜ ਅੰਮ੍ਰਿਤਸਰ ਤੋਂ ਇੰਟਰ 12ਵੀਂ ਦੀ ਪ੍ਰੀਖਿਆ ਦੂਜੇ ਦਰਜੇ ਵਿੱਚ ਪਾਸ ਕੀਤੀ ਅਤੇ ਬਾਅਦ ਦੀ ਸਿੱਖਿਆ ਲਈ ਸਰਕਾਰੀ ਕਾਲਜ ਲਾਹੌਰ ਵਿੱਚ BSc ਵਿੱਚ ਦਾਖਲਾ ਲਿਆ। ਡੈਂਡੀ ਪਰ ਮਿਊਂਸੀਪਲ ਕਾਲਜ ਦੀ ਪੜ੍ਹਾਈ ਦੇ ਦੌਰਾਨ ਹੀ ਮਦਨ ਲਾਲ ਨੇ ਪ੍ਰਸਿੱਧ ਕ੍ਰਾਂਤੀਕਾਰੀ ਵਿਨਾਇਕ ਦਾਮੋਦਰ
ਸਾਵਰਕਰ 1833-1996 ਦੇ ਸੰਗਠਨ ਅਭਿਨਵ ਭਾਰਤ ਬਾਰੇ ਸੁਣਿਆ ਸੀ। ਡੈਂਡੀ ਜਿਸ ਨੂੰ ਸਾਵਰਕਰ ਨਾਸਿਕ ਵਿੱਚ ਚਲਾ ਰਹੇ ਸਨ। ਡੈਂਡੀ ਉਸ ਨੇ ਡੀ.ਵੀ. ਸਾਵਰਕਰ ਨਾਲ ਚਿੱਠੀ ਪੱਤਰ ਕਰਨਾ ਸ਼ੁਰੂ ਕਰ ਦਿੱਤਾ। ਡੈਂਡੀ ਮਦਨ ਲਾਲ ਮਈ 1906 ਈਸਵੀ ਵਿੱਚ ਸਮੁੰਦਰੀ ਜਹਾਜ਼ ਰਾਹੀਂ ਇੰਗਲੈਂਡ ਲਈ ਰਵਾਨਾ ਹੋ ਕੇ 6 ਜੁਲਾਈ ਨੂੰ ਉੱਥੇ ਪੁੱਜਾ। ਡੈਂਡੀ ਮਈ 1907 ਈਸਵੀ ਵਿੱਚ ਜਦੋਂ ਪਹਿਲੀ ਵਾਰ ਇੰਡੀਆ ਹਾਊਸ ਵਿੱਚ ਮਦਨ ਲਾਲ ਆਇਆ ਤਾਂ ਉੱਥੇ ਉਸ ਦੀ ਮੁਲਾਕਾਤ ਸਭ ਤੋਂ ਪਹਿਲਾਂ ਸ਼ਿਆਮ ਕ੍ਰਿਸ਼ਨ ਵਰਮਾ 1857-1930 ਨਾਲ ਹੀ ਹੋਈ ਸੀ। ਡੈਂਡੀ ਜਿਸ ਨੇ 1905 ਵਿੱਚ ਭਾਰਤ ਦੀ ਆਜ਼ਾਦੀ ਲਈ ਕੰਮ ਕਰਦੇ ਹੋਏ ਲੰਡਨ ਵਿੱਚ ਇੰਡੀਆ ਹਾਊਸ ਸਥਾਪਿਤ ਕੀਤਾ ਸੀ। ਡੈਂਡੀ ਦੂਜੀ ਵਾਰ ਜਦੋਂ ਉਹ ਇੰਡੀਆ ਹਾਊਸ ਆਇਆ ਤਾਂ ਉਸ ਸਮੇਂ ਉੱਥੇ ਭਾਰਤ ਦੀ ਦੁਰਦਸ਼ਾ ਉੱਤੇ ਵੀ.ਡੀ. ਸਾਵਰਕਰ ਦਾ ਪ੍ਰਭਾਵਸ਼ਾਲੀ ਭਾਸ਼ਣ ਚੱਲ ਰਿਹਾ ਸੀ। ਡੈਂਡੀ ਮਦਨ ਲਾਲ ਵੀ ਸਭ ਤੋਂ ਪਿੱਛੇ ਦੀ ਕਤਾਰ ਵਿੱਚ ਕੁਰਸੀ 'ਤੇ ਜਾ ਕੇ ਬੈਠ ਗਿਆ। ਡੈਂਡੀ ਉਸ ਨੇ ਸਾਵਰਕਰ ਦਾ ਜੋਸ਼ੀਲਾ ਭਾਸ਼ਣ ਸੁਣਿਆ ਤਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ। ਡੈਂਡੀ ਉਸ ਦਾ ਖੂਨ ਅੰਗਰੇਜ਼ਾਂ ਦੁਆਰਾ ਭਾਰਤ ਵਿੱਚ ਕੀਤੇ ਜਾ ਰਹੇ ਅਤਿਆਚਾਰਾਂ ਨੂੰ ਸੁਣ ਕੇ ਖੌਲ ਉੱਠਿਆ। ਡੈਂਡੀ ਮਦਨ ਲਾਲ ਢੀਂਗਰਾ ਸਾਵਰਕਰ ਦਾ ਬਹੁਤ ਆਦਰ ਕਰਦੇ ਸਨ। ਡੈਂਡੀ ਉਹਨਾਂ ਨੇ ਆਪਣੇ ਮਨ ਵਿੱਚ ਆਪਣੇ ਪਿਤਾ ਡਾਕਟਰ ਦਿੱਤਾ ਮੱਲ ਦੇ ਨਾਲ ਨਾਲ ਪਰਿਵਾਰ ਦੇ ਹੋਰ ਮੈਂਬਰਾਂ ਦੇ ਜੀਵਨ ਦੀ ਸਾਵਰਕਰ ਅਤੇ ਸ਼ਿਆਮ ਕ੍ਰਿਸ਼ਨ ਵਰਮਾ ਦੇ ਜੀਵਨ ਨਾਲ ਤੁਲਨਾ ਕੀਤੀ। ਡੈਂਡੀ ਉਸ ਨੂੰ ਲੱਗਾ ਕਿ ਉਸ ਦਾ ਪਰਿਵਾਰ ਕੇਵਲ ਆਪਣਾ ਨਿੱਜੀ ਸੁੱਖ ਚਾਹੁੰਦਾ ਹੈ। ਡੈਂਡੀ ਦੂਜੇ ਪਾਸੇ ਕ੍ਰਾਂਤੀਕਾਰੀ ਹਨ ਜੋ ਅੰਗਰੇਜ਼ੀ ਸਰਕਾਰ ਦੀਆਂ ਜੜ੍ਹਾਂ ਪੁੱਟਣ ਵਿੱਚ ਲੱਗੇ ਹੋਏ ਹਨ ਤਾਂ ਕਿ ਦੇਸ਼ ਆਜ਼ਾਦ ਹੋਵੇ। ਡੈਂਡੀ ਇੰਗਲੈਂਡ ਵਿੱਚ ਅੰਗਰੇਜ਼ਾਂ ਦੇ 1 ਮਈ 1907 ਈਸਵੀ ਦੇ ਇੱਕ ਪ੍ਰੋਗਰਾਮ ਨੂੰ ਚੁਣੌਤੀ ਦੇਣ ਲਈ 10 ਮਈ 1907 ਨੂੰ ਸਾਵਰਕਰ ਨੇ ਇੰਡੀਆ ਹਾਊਸ ਵਿੱਚ 1857 ਈਸਵੀ ਦੀ ਕ੍ਰਾਂਤੀ ਦਾ ਯਾਦਗਾਰ ਦਿਹਾੜਾ ਮਨਾਉਣ ਲਈ ਸਮਾਗਮ ਕੀਤਾ। ਡੈਂਡੀ 10 ਮਈ 1908 ਨੂੰ ਇੰਡੀਆ ਹਾਊਸ ਵਿੱਚ 1857 ਦੀ 50ਵੀਂ ਵਰ੍ਹੇਗੰਢ ਬੜੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਈ ਗਈ। ਡੈਂਡੀ ਉਸ ਦਿਨ ਨੂੰ ਸਾਵਰਕਰ ਨੇ ਸ਼ਹੀਦ ਦਿਵਸ ਦਾ ਨਾਂ ਦਿੱਤਾ। ਡੈਂਡੀ ਮਦਨ ਲਾਲ ਢੀਂਗਰਾ ਨੇ ਇਸੇ ਦਿਨ ਪ੍ਰਣ ਕੀਤਾ ਕਿ ਉਹ ਭਾਰਤ ਦੀ ਆਜ਼ਾਦੀ ਲਈ ਵਚਨਬੱਧ ਹੈ। ਡੈਂਡੀ ਜਦੋਂ ਤੱਕ ਦੇਸ਼ ਅੰਗਰੇਜ਼ੀ ਹਕੂਮਤ ਤੋਂ ਮੁਕਤ ਨਹੀਂ ਹੋ ਜਾਂਦਾ ਤਦ ਤੱਕ ਉਹ ਸੁੱਖ ਦਾ ਸਾਹ ਨਹੀਂ ਲਵੇਗਾ। ਡੈਂਡੀ ਸਰ ਵਿਲੀਅਮ ਕਰਜ਼ਨਵਾਈਲੀ ਭਾਰਤੀ ਵਿਦਿਆਰਥੀਆਂ ਨੂੰ ਜੋ ਭਾਰਤ ਦੀ ਸੁਤੰਤਰਤਾ ਲਈ ਕੰਮ ਕਰਦੇ ਸਨ ਸਖਤ ਸਜ਼ਾ ਦਿਵਾਉਂਦਾ ਸੀ। ਡੈਂਡੀ ਇਸ ਲਈ ਭਾਰਤੀ ਵਿਦਿਆਰਥੀ ਉਸ ਨੂੰ ਬਹੁਤ ਨਫ਼ਰਤ ਕਰਦੇ ਸਨ ਅਤੇ ਮੌਕਾ ਮਿਲਦੇ ਹੀ ਉਸ ਨੂੰ ਖਤਮ ਕਰ ਦੇਣਾ ਚਾਹੁੰਦੇ ਸਨ। ਡੈਂਡੀ ਮਦਨ ਲਾਲ ਢੀਂਗਰਾ ਉਸ ਨੂੰ ਕਤਲ ਕਰਨ ਲਈ ਢੁਕਵੇਂ ਸਮੇਂ ਦੀ ਭਾਲ ਵਿੱਚ ਸੀ। ਡੈਂਡੀ 1 ਜੁਲਾਈ 1909 ਈਸਵੀ ਨੂੰ ਵੀਰਵਾਰ ਦਾ ਦਿਨ ਸੀ। ਡੈਂਡੀ ਇੰਗਲੈਂਡ ਦੇ ਜਹਾਂਗੀਰ ਹਾਊਸ ਵਿੱਚ ਨੈਸ਼ਨਲ ਇੰਡੀਅਨ ਐਸੋਸੀਏਸ਼ਨ ਦਾ ਸਾਲਾਨਾ ਸਮਾਰੋਹ ਸੀ ਜਿਸ ਵਿੱਚ ਅਨੇਕਾਂ ਅੰਗਰੇਜ਼ੀ ਅਫਸਰ ਅਤੇ
ਵਿਦਿਆਰਥੀ ਵੀ ਸ਼ਾਮਲ ਸਨ। ਡੈਂਡੀ ਸਰ ਕਰਜ਼ਨ ਵਾਈਲੀ ਆਪਣੀ ਪਤਨੀ ਲੇਡੀ ਵਾਈਲੀ ਦਾ ਹੱਥ ਫੜੀ ਜਾਣੂ ਲੋਕਾਂ ਤੋਂ ਵਿਦਾ ਲੈਂਦੇ ਹੋਏ ਜਿਉਂ ਹੀ ਜਹਾਂਗੀਰ ਹਾਲ ਤੋਂ ਬਾਹਰ ਨਿਕਲੇ, ਡੈਂਡੀ ਪਹਿਲਾਂ ਹੀ ਤਿਆਰ ਮਦਨ ਲਾਲ ਢੀਂਗਰਾ ਨੇ ਆਪਣੇ ਕੋਟ ਦੀ ਜੇਬ ਵਿੱਚ ਹੱਥ ਪਾਇਆ ਤੇ ਫੁਰਤੀ ਨਾਲ ਇੱਕ ਬੈਲਜੀਅਮ ਰਿਵਾਲਵਰ ਕੱਢਿਆ। ਡੈਂਡੀ ਇਸ ਤੋਂ ਪਹਿਲਾਂ ਕਿ ਵਾਈਲੀ ਕੁਝ ਸਮਝਦੇ ਉਸ ਦੇ 2 ਗੋਲੀਆਂ ਧੌਣ ਵਿੱਚ ਮਾਰੀਆਂ ਅਤੇ 3 ਛਾਤੀ ਵਿੱਚ। ਡੈਂਡੀ ਕਰਜ਼ਨ ਦਾ ਇੱਕ ਚੀਕ ਨਾਲ ਢਹਿ ਢੇਰੀ ਹੋ ਗਿਆ। ਡੈਂਡੀ ਇਸ ਦੌਰਾਨ 6ਵੀਂ ਗੋਲੀ ਉਹਨਾਂ 48 ਸਾਲਾ ਡਾਕਟਰ ਕਾਊਸ ਖੁਰਸ਼ੀਦ ਲਾਲ ਕੱਕਾ ਜੋ ਵਾਈਲੀ ਨੂੰ ਬਚਾਉਣ ਲਈ ਆਇਆ ਨੂੰ ਮਾਰੀ ਅਤੇ ਉਸ ਦੀ ਮੌਤ ਸੈਂਟ ਜਾਰਜ ਹਸਪਤਾਲ ਲਿਜਾਂਦੇ ਹੋਏ ਰਾਹ ਵਿੱਚ ਹੋ ਗਈ। ਡੈਂਡੀ ਇਸ ਕੇਸ ਵਿੱਚ 17 ਅਗਸਤ 1909 ਈਸਵੀ ਨੂੰ ਭਾਰਤ ਦੇ ਇਸ ਅਣਖੀ ਸੂਰਮੇ ਨੂੰ ਜੇਲ੍ਹ ਵਿੱਚ ਹੀ ਚੁੱਪਚਾਪ ਫਾਂਸੀ 'ਤੇ ਲਟਕਾ ਦਿੱਤਾ ਗਿਆ। ਡੈਂਡੀ ਪੰਜਾਬ ਦੇ ਅਣਖੀ ਇਸ ਯੋਧੇ ਦੇ ਧਰਮ ਦਾ ਖਿਆਲ ਨਾ ਰੱਖਦੇ ਹੋਏ ਉਸ ਦੇ ਮ੍ਰਿਤਕ ਸਰੀਰ ਨੂੰ ਉੱਥੇ ਹੀ ਦਬਾ ਦਿੱਤਾ ਗਿਆ। ਡੈਂਡੀ ਪਰ ਬਾਅਦ ਵਿੱਚ ਇਸ ਸ਼ਹੀਦ ਦੀਆਂ ਅਸਥੀਆਂ ਨੂੰ 13 ਦਸੰਬਰ 1976 ਈਸਵੀ ਨੂੰ ਭਾਰਤ ਵਿੱਚ ਲਿਆਂਦਾ ਗਿਆ ਅਤੇ 20 ਦਸੰਬਰ ਨੂੰ ਸ਼ਹੀਦ ਮਦਨ ਲਾਲ ਢੀਂਗਰਾ ਦੀਆਂ ਅਸਥੀਆਂ ਦਾ ਜਨਮ ਭੂਮੀ ਅੰਮ੍ਰਿਤਸਰ ਵਿੱਚ ਪੰਜਾਬ ਸਰਕਾਰ ਵੱਲੋਂ ਪੂਰੇ ਰਾਸ਼ਟਰੀ ਸਨਮਾਨਾਂ ਨਾਲ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਸੰਸਕਾਰ ਕੀਤਾ ਗਿਆ। ਡੈਂਡੀ ਦੇਸ਼ ਆਜ਼ਾਦੀ ਦਾ ਅੰਮ੍ਰਿਤ ਮਹਾਂ ਉਤਸਵ ਮਨਾਉਣ ਜਾ ਰਿਹਾ ਹੈ, ਪਰ ਦੇਸ਼ ਭਗਤੀ ਦੇ ਇਸ ਮਾਹੌਲ ਵਿੱਚ ਰੰਗ ਵਿੱਚ ਭੰਗ ਪਾਉਣ ਵਾਲੇ 3 ਵੀਡੀਓ ਵਾਇਰਲ ਹੋ ਰਹੇ ਹਨ। ਡੈਂਡੀ ਇੱਕ ਵੀਡੀਓ ਉੱਤਰ ਪ੍ਰਦੇਸ਼ ਦੇ ਕਾਨਪੁਰ ਦਾ ਹੈ, ਜਿਸ ਵਿੱਚ ਰਿਕਸ਼ਾ ਚਲਾਉਣ ਵਾਲੇ 45 ਸਾਲ ਦੇ ਇੱਕ ਵਿਅਕਤੀ ਨੂੰ ਕੁਝ ਲੋਕ ਬੇਰਹਿਮੀ ਨਾਲ ਕੁੱਟ ਰਹੇ ਹਨ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਣ ਲਈ ਮਜਬੂਰ ਕਰ ਰਹੇ ਹਨ। ਡੈਂਡੀ ਰਿਕਸ਼ਾ ਚਾਲਕ ਦੀ ਛੋਟੀ ਜਿਹੀ ਕੁੜੀ ਆਪਣੇ ਪਿਤਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਰੋਂਦੇ ਹੋਏ ਉਸ ਨੂੰ ਛੱਡਣ ਦੀ ਬੇਨਤੀ ਕਰ ਰਹੀ ਹੈ। ਡੈਂਡੀ ਰਾਸ਼ਟਰਗਾਨ ਸਮੇਂ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਣ ਵਾਲੇ ਇਹ ਕੌਣ ਲੋਕ ਹਨ ਜੋ ਅੰਮ੍ਰਿਤ ਮਹਾਂ ਉਤਸਵ ਵਿੱਚ ਜ਼ਹਿਰ ਘੋਲ ਰਹੇ ਹਨ? ਪ੍ਰਸ਼ਨ ਚਿੰਨ੍ਹ। ਇਸ ਤਰ੍ਹਾਂ ਨਹੀਂ ਹੈ ਕਿ ਉਹ ਸਿਰਫ ਨਾਅਰਾ ਨਾ ਲਗਵਾਉਣ ਵਾਲਿਆਂ ਨੂੰ ਹੀ ਕੁੱਟ ਰਹੇ ਹਨ। ਡੈਂਡੀ ਇਹ ਕਿਸੇ ਨਾਲ ਵੀ ਹੋ ਸਕਦਾ ਹੈ। ਡੈਂਡੀ ਜੋ ਦੂਜਾ ਵੀਡੀਓ ਵਾਇਰਲ ਹੋ ਰਿਹਾ ਹੈ ਉਹ ਨੈਸ਼ਨਲ ਦਸਤਕ ਦੀ ਵੈੱਬਸਾਈਟ ਨਾਲ ਜੁੜੇ ਅਨਮੋਲ ਪ੍ਰੀਤਮ ਦਾ ਹੈ। ਡੈਂਡੀ ਅਨਮੋਲ ਨੂੰ ਵੀ ਲੋਕਾਂ ਨੇ ਘੇਰ ਰੱਖਿਆ ਹੈ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਣ ਲਈ ਮਜਬੂਰ ਕਰ ਰਹੇ ਹਨ। ਡੈਂਡੀ ਪਰ ਹੱਥ ਵਿੱਚ ਮਾਈਕ ਫੜੇ ਅਨਮੋਲ ਦਾ ਹੌਸਲਾ ਹੈ ਜੋ ਉਸ ਨੇ ਡਰਨ ਅਤੇ ਝੁਕਣ ਦੀ ਬਜਾਏ ਵਿਰੋਧ ਦੀ ਮੁਦਰਾ ਬਣਾਈ ਰੱਖੀ। ਡੈਂਡੀ ਧਰਮ ਉਸ ਲਈ ਆਸਥਾ ਦਾ ਮਾਮਲਾ ਹੈ ਅਤੇ ਆਪਣੇ ਰੱਬ ਨੂੰ ਯਾਦ ਕਰਨ ਲਈ ਉਸ ਨੂੰ ਕਿਸੇ ਦੀ ਜ਼ਬਰਦਸਤੀ ਦੀ ਜ਼ਰੂਰਤ ਨਹੀਂ ਹੈ। ਡੈਂਡੀ ਤੀਜਾ ਵੀਡੀਓ ਦਿੱਲੀ ਦੇ ਜੰਤਰ ਮੰਤਰ ਦਾ ਹੈ, ਜਿੱਥੇ ਭਾਜਪਾ ਦਾ ਇੱਕ ਸਾਬਕਾ ਬੁਲਾਰਾ ਅਤੇ ਉਹਨਾਂ ਦੇ ਸਾਥੀ ਘੱਟ ਗਿਣਤੀ ਭਾਈਚਾਰੇ ਪ੍ਰਤੀ ਨਫ਼ਰਤ ਅਤੇ ਜ਼ਹਿਰ ਫੈਲਾਉਣ ਵਾਲੇ ਨਾਅਰੇ ਲਗਾ ਰਹੇ ਹਨ। ਡੈਂਡੀ ਉਹਨਾਂ ਦੇ ਨਾਅਰੇ ਇੰਨੇ ਭੜਕਾਊ ਅਤੇ ਹਿੰਸਕ ਹਨ ਕਿ ਉਹਨਾਂ ਨੂੰ ਲਿਖਿਆ
नहीं जा सकदा। डैंडी कि देश वापस 75 साल ਪਹਿਲਾਂ वाली स्थिति ਵੱਲ ਵਧ ਰਿਹਾ है। प्रश्न चिन्ह। ਟਵਿੱਟਰ ਅਤੇ ਸਰਕਾਰ ਦੇ ਡਰਾਮੇ ਦਾ ਕੀ ਮਤਲਬ? ਕੁਝ ਦਿਨ ਪਹਿਲਾਂ ਤੱਕ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਭਾਰਤ ਸਰਕਾਰ ਅਤੇ ਟਵਿੱਟਰ ਵਿੱਚ ਕਦੀ ਨਾ ਖਤਮ ਹੋਣ ਵਾਲੀ ਜੰਗ ਚੱਲ ਰਹੀ ਹੈ। ਡੈਂਡੀ ਪਰ ਹੁਣ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਉਹ ਜੰਗ ਇੱਕ ਦਿਖਾਵਾ ਸੀ, ਇੱਕ ਡਰਾਮਾ ਸੀ ਜਿਸ ਦਾ ਮਕਸਦ ਕੁਝ ਹੋਰ ਸੀ। ਡੈਂਡੀ ਟਵਿੱਟਰ ਨੇ ਜਿਸ ਤਰ੍ਹਾਂ ਨਾਲ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਖਾਤਾ ਬੰਦ ਕੀਤਾ ਅਤੇ ਉਸ ਤੋਂ ਬਾਅਦ ਕਾਂਗਰਸ ਦੇ ਕਈ ਸੀਨੀਅਰ ਨੇਤਾਵਾਂ ਅਤੇ ਪਾਰਟੀ ਦੇ ਜ਼ਿਆਦਾਤਰ ਖਾਤੇ ਬੰਦ ਕੀਤੇ, ਉਸ ਤੋਂ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਭਾਜਪਾ ਆਗੂਆਂ ਦੇ ਟਵਿੱਟਰ ਹਟਾ ਕੇ ਜਾਂ ਬਲੂ ਟਿਕ ਹਟਾ ਕੇ ਜਾਂ ਇੱਕ ਅੱਧ ਘੰਟੇ ਲਈ ਉਹਨਾਂ ਦਾ ਖਾਤਾ ਬੰਦ ਕਰਕੇ ਇੱਕ ਧਾਰਨਾ ਬਣਾਈ ਗਈ ਸੀ ਕਿ ਟਵਿੱਟਰ ਇੱਕ ਆਜ਼ਾਦ ਅਤੇ ਨਿਰਪੱਖ ਪਲੇਟਫਾਰਮ ਹੈ। ਡੈਂਡੀ ਉਸ ਦੀ ਭਾਜਪਾ ਅਤੇ ਸਰਕਾਰ ਦੀ ਵਿਰੋਧੀ ਧਾਰਨਾ ਬਣਾਉਣ ਲਈ ਉਸ ਖਿਲਾਫ ਕਈ ਰਾਜਾਂ ਵਿੱਚ ਮੁਕੱਦਮੇ ਵੀ ਦਰਜ ਕਰਾਏ ਗਏ ਸਨ। ਡੈਂਡੀ ਪਰ ਹੁਣ ਉਹਨਾਂ ਮੁਕੱਦਮਿਆਂ ਦਾ ਕੀ ਹੋਇਆ? ਪ੍ਰਸ਼ਨ ਚਿੰਨ੍ਹ। ਟਵਿੱਟਰ ਇੰਡੀਆ ਤੇ ਭਾਰਤ ਮੁਖੀ ਮਨੀਸ਼ ਮਾਹੇਸ਼ਵਰੀ ਉੱਪਰ ਮੁਕੱਦਮੇ ਹੋਏ ਸਨ ਅਤੇ ਟਵਿੱਟਰ ਨੇ ਉਹਨਾਂ ਨੂੰ ਤਰੱਕੀ ਦੇ ਕੇ ਅਮਰੀਕਾ ਭੇਜ ਦਿੱਤਾ। ਡੈਂਡੀ ਜਦੋਂ ਉਹਨਾਂ ਦੇ ਨਾਂ 'ਤੇ ਦੇਸ਼ ਵਿੱਚ FIR ਦਰਜ ਹੋਈ ਹੈ ਅਤੇ ਜਾਂਚ ਚੱਲ ਰਹੀ ਹੈ ਤਾਂ ਕਿਸ ਤਰ੍ਹਾਂ ਉਹਨਾਂ ਨੂੰ ਭਾਰਤ ਤੋਂ ਜਾਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ? ਪ੍ਰਸ਼ਨ ਚਿੰਨ੍ਹ। ਪਰ ਇਸ ਬਾਰੇ ਕੋਈ ਨਹੀਂ ਪੁੱਛ ਰਿਹਾ। ਡੈਂਡੀ ਸਭ ਉਸ ਮੁਕੱਦਮੇ ਨੂੰ ਭੁੱਲ ਗਏ ਕਿਉਂਕਿ ਟਵਿੱਟਰ ਨੇ ਆਪਣਾ ਕੰਮ ਕਰ ਦਿੱਤਾ ਹੈ। ਡੈਂਡੀ ਉਸ ਨੇ ਉਸ ਪਲੇਟਫਾਰਮ ਤੋਂ ਰਾਹੁਲ ਨੂੰ ਹਟਾ ਦਿੱਤਾ ਹੈ ਜਿੱਥੋਂ ਉਹ ਸਰਕਾਰ ਅਤੇ ਭਾਜਪਾ ਵਿਰੋਧੀ ਮਾਹੌਲ ਬਣਾ ਰਹੇ ਸਨ। ਹੁਣ ਭਾਵੇਂ ਕਿ ਉਹਨਾਂ ਦਾ ਖਾਤਾ ਬਹਾਲ ਕਰ ਦਿੱਤਾ ਗਿਆ ਹੈ। ਡੈਂਡੀ ਇਸ ਤਰ੍ਹਾਂ ਦਾ ਹੰਗਾਮਾ ਸਰਕਾਰ ਨੂੰ ਪਸੰਦ ਹੈ। ਸੰਸਦ ਦੇ ਮੌਨਸੂਨ ਇਜਲਾਸ ਵਿੱਚ ਵਿਰੋਧੀ ਦਲਾਂ ਦੇ ਹੰਗਾਮੇ ਦੀ ਵਜ੍ਹਾ ਨਾਲ ਭਾਵੇਂ ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਰਾਜ ਸਭਾ ਦੇ ਸਭਾਪਤੀ ਵੈਂਕਈਆ ਨਾਇਡੂ ਦੁਖੀ ਹੋਣ ਅਤੇ ਨਿਰਾਸ਼ਾ ਜ਼ਾਹਿਰ ਕਰ ਰਹੇ ਹੋਣ, ਪਰ ਸਰਕਾਰ ਇਸ ਤੋਂ ਖੁਸ਼ ਹੈ। ਡੈਂਡੀ ਇਸ ਤਰ੍ਹਾਂ ਦੇ ਹੰਗਾਮੇ ਸਰਕਾਰ ਨੂੰ ਪਸੰਦ ਆਉਂਦੇ ਹਨ ਕਿਉਂਕਿ ਇਸ ਨਾਲ ਵਿਵਾਦਤ ਬਿੱਲਾਂ ਨੂੰ ਪਾਸ ਕਰਾਉਣ ਵਿੱਚ ਸੌਖ ਹੋ ਜਾਂਦੀ ਹੈ। ਡੈਂਡੀ ਉਂਝ ਵੀ ਮੌਜੂਦਾ ਸਰਕਾਰ ਸੰਕਟ ਨੂੰ ਮੌਕਾ ਬਣਾਉਣ ਵਿੱਚ ਮਾਹਿਰ ਹੈ। ਡੈਂਡੀ ਸੋ ਉਸ ਨੇ ਵਿਰੋਧੀਆਂ ਦੇ ਹੰਗਾਮੇ ਵਿਚਾਲੇ ਆਪਣੇ ਲਈ ਮੌਕਾ ਬਣਾ ਦਿੱਤਾ। ਡੈਂਡੀ ਇਸ ਨਾਲ ਇੱਕ ਤੀਰ ਨਾਲ ਦੋ ਸ਼ਿਕਾਰ ਹੋਏ। ਡੈਂਡੀ ਪਹਿਲਾਂ ਤਾਂ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਵਾਲੇ ਪੈਗਾਸਸ ਜਾਸੂਸੀ ਮਾਮਲੇ 'ਤੇ ਚਰਚਾ ਨਹੀਂ ਹੋਈ ਅਤੇ ਦੂਜਾ ਉਸ ਨੇ ਕਈ ਬਿੱਲ ਪਾਸ ਕਰਵਾ ਲਏ ਜਿਨ੍ਹਾਂ 'ਤੇ ਚਰਚਾ ਹੁੰਦੀ ਤਾਂ ਉਸ ਲਈ ਜਵਾਬ ਦੇਣਾ ਮੁਸ਼ਕਲ ਹੁੰਦਾ। ਡੈਂਡੀ ਮੌਨਸੂਨ ਇਜਲਾਸ ਦੀ ਕਾਰਵਾਈ ਨਿਰਧਾਰਿਤ ਸਮੇਂ ਤੋਂ 2 ਦਿਨ ਪਹਿਲਾਂ ਖਤਮ ਹੋਣ ਤੋਂ ਬਾਅਦ ਜੋ ਅੰਕੜਾ ਸਾਹਮਣੇ ਆਇਆ ਹੈ ਉਸ ਅਨੁਸਾਰ ਕੰਮਕਾਜ ਦੇ ਹਿਸਾਬ ਨਾਲ ਇਸ ਵਾਰ ਦਾ ਇਜਲਾਸ ਪਿਛਲੇ 7 ਸਾਲ ਵਿੱਚ ਰਾਜ ਸਭਾ ਦਾ ਸਰਬੋਤਮ ਫਾਇਦੇਮੰਦ ਇਜਲਾਸ ਰਿਹਾ। ਡੈਂਡੀ ਇਸ ਇਜਲਾਸ ਵਿੱਚ ਸਰਕਾਰ ਨੇ ਹਰ ਦਿਨ
ਔਸਤਨ 1.1 ਬਿੱਲ ਪਾਸ ਕਰਾਏ ਹਨ। ਡੰਡੀ ਇਹ ਇਜਲਾਸ ਬਹੁਤ ਛੋਟਾ ਸੀ ਅਤੇ ਇਸ ਵਿੱਚ ਸਿਰਫ 17 ਦਿਨ ਮੀਟਿੰਗ ਹੋਈ ਅਤੇ ਉਸੇ ਵਿੱਚ ਸਰਕਾਰ ਨੇ 19 ਬਿੱਲ ਪਾਸ ਕਰ ਲਏ। ਡੰਡੀ ਜੇਕਰ ਸਦਨ ਦੀ ਕਾਰਵਾਈ ਸੁਚਾਰੂ ਢੰਗ ਨਾਲ ਚੱਲ ਰਹੀ ਹੁੰਦੀ ਤਾਂ ਭਾਵੇਂ ਵਿਰੋਧੀ ਬਿੱਲਾਂ ਨੂੰ ਰੋਕ ਨਹੀਂ ਸਕਦੇ ਸਨ, ਪਰ ਚਰਚਾ ਜ਼ਰੂਰ ਹੁੰਦੀ ਅਤੇ ਘੱਟ ਤੋਂ ਘੱਟ ਬਿੱਲ ਬਾਰੇ ਲੋਕਾਂ ਨੂੰ ਜਾਣਕਾਰੀ ਤਾਂ ਮਿਲਦੀ। ਡੰਡੀ ਭਾਜਪਾ ਨੂੰ ਰਾਖਵਾਂ ਕਰਨ ਦਾ ਸਹਾਰਾ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦਾ ਇਕਲੌਤਾ ਸਹਾਰਾ ਰਾਖਵਾਂ ਕਰਨ ਅਤੇ ਜਾਤੀਆਂ ਦੀ ਰਾਜਨੀਤੀ ਹੈ। ਡੰਡੀ ਦੇਸ਼ ਅਤੇ ਧਰਮ ਤੋਂ ਜੋ ਰਾਜਨੀਤੀ ਸ਼ੁਰੂ ਹੋਈ ਤਾਂ ਉਹ ਜਾਤੀਆਂ ਤੱਕ ਆ ਗਈ। ਡੰਡੀ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਦੀ 5 ਸਾਲ ਦੀ ਕਾਰਗੁਜ਼ਾਰੀ ਵਿਰੁੱਧ ਬਣੇ ਮਾਹੌਲ ਅਤੇ ਕੇਂਦਰ ਸਰਕਾਰ ਦੇ 7 ਸਾਲ ਦੇ ਸ਼ਾਸਨ ਵਿਰੁੱਧ ਬਣੇ ਮਾਹੌਲ 'ਤੇ ਕਾਬੂ ਪਾਉਣ ਵਿੱਚ ਭਾਜਪਾ ਨੂੰ ਫਿਰਕੂ ਧਰੁਵੀਕਰਨ ਦਾ ਏਜੰਡਾ ਸਹੀ ਨਹੀਂ ਲੱਗ ਰਿਹਾ ਹੈ। ਡੰਡੀ ਮਹਿੰਗਾਈ ਦੀ ਮਾਰ ਝੱਲਦੇ ਲੋਕ ਅਜੋਕੇ ਸਮੇਂ ਮਹਿੰਗਾਈ ਦੀ ਮਾਰ ਲੋਕ ਝੱਲ ਰਹੇ ਹਨ। ਦੇਸ਼ ਦੇ ਪੰਜਾਬ ਰਾਜ ਦੀਆਂ ਸਰਕਾਰਾਂ ਇਸ ਸਮੇਂ ਕੁੰਭਕਰਨੀ ਨੀਂਦ ਵਿੱਚ ਸੁੱਤੀਆਂ ਪਈਆਂ ਹਨ। ਡੰਡੀ ਮਹਿੰਗਾਈ ਦੀ ਦਰ ਥੋਕ ਤੇ ਪਰਚੂਨ ਦੋਵਾਂ 'ਤੇ ਵਧੀ ਹੈ। ਡੰਡੀ ਇਹ ਸਿਲਸਿਲਾ ਪਿਛਲੇ ਸਾਲ ਤੋਂ ਨਿਰਵਿਘਨ ਜਾਰੀ ਹੈ। ਡੰਡੀ ਮਹਿੰਗਾਈ ਨੂੰ ਸਿਰਫ ਕਰੋਨਾ ਮਹਾਮਾਰੀ ਨੂੰ ਕਾਰਨ ਨਹੀਂ ਮੰਨਣਾ ਚਾਹੀਦਾ, ਕਿਉਂਕਿ ਇਸ ਸਮੇਂ ਮੰਗ ਘੱਟ ਹੋਣ ਕਰਕੇ ਵੀ ਮਹਿੰਗਾਈ ਵੱਧਦੀ ਰਹੀ ਹੈ। ਡੰਡੀ ਲੋਕਤੰਤਰ ਵਿੱਚ ਵਿਰੋਧੀ ਧਿਰਾਂ ਨੂੰ ਇਸ ਮੁੱਦੇ ਨੂੰ ਚੁੱਕਣਾ ਚਾਹੀਦਾ ਹੈ। ਡੰਡੀ ਵੱਧਦੀਆਂ ਕੀਮਤਾਂ ਅਤੇ ਮਹਿੰਗਾਈ 'ਤੇ ਰੋਕ ਲਗਾਉਣ ਲਈ ਸਰਕਾਰਾਂ ਨੂੰ ਇਮਾਨਦਾਰੀ ਨਾਲ ਯਤਨ ਕਰਨੇ ਚਾਹੀਦੇ ਹਨ, ਕਿਉਂਕਿ ਆਮ ਲੋਕਾਂ ਦਾ ਜੀਵਨ ਸੁਖਾਲਾ ਹੋਵੇ। ਡੰਡੀ ਆਖਰ ਕਦੋਂ ਤੱਕ ਜਲਾਲਤ ਸਹਿਣੀ ਪਊ? ਪਿਛਲੇ ਦਿਨੀਂ ਪਟਵਾਰੀ ਅਹੁਦੇ ਲਈ ਨਿਕਲੀਆਂ 1152 ਨਿਯੁਕਤੀਆਂ ਲਈ ਕਰੀਬ 2,33,000 ਲੋਕਾਂ ਅਪਲਾਈ ਕੀਤਾ। ਡੰਡੀ ਇਸ ਦੀ ਪ੍ਰੀਖਿਆ ਲਈ ਜਗ੍ਹਾ ਜਗ੍ਹਾ ਸੈਂਟਰ ਬਣਾਏ ਗਏ ਸਨ ਅਤੇ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਸਨ ਕਿ ਬੂਟਾਂ ਦੇ ਸੋਲ ਫਲੈਟ ਹੋਣੇ ਚਾਹੀਦੇ ਹਨ ਅਤੇ ਕੋਈ ਵੀ ਮੋਬਾਈਲ ਲੈ ਕੇ ਨਾ ਆਵੇ। ਡੰਡੀ ਜੇਕਰ ਕੋਈ ਵੀ ਪ੍ਰੀਖਿਆਰਥੀ ਮੋਬਾਈਲ ਲੈ ਕੇ ਆਉਂਦਾ ਹੈ ਤਾਂ ਆਪ ਜ਼ਿੰਮੇਵਾਰ ਹੋਵੇਗਾ, ਪਰ ਸਰਕਾਰੀ ਕੁੜੀਆਂ ਦੇ ਕਾਲਜ ਸਿਵਲ ਲਾਈਨ ਭਾਰਤ ਨਗਰ ਚੌਂਕ ਲੁਧਿਆਣਾ ਵਿੱਚ ਪਹੁੰਚਣ ਉੱਤੇ ਪਤਾ ਚੱਲਿਆ ਕਿ ਸਾਰਿਆਂ ਦੇ ਬੂਟ ਬਾਹਰ ਉਤਾਰਨ ਨੂੰ ਕਿਹਾ ਗਿਆ ਸੀ। ਡੰਡੀ ਪਰ ਹਦਾਇਤਾਂ ਦੀ ਸੂਚੀ ਵਿੱਚ ਇਹ ਗੱਲ ਲਿਖੀ ਹੀ ਨਹੀਂ ਗਈ ਸੀ। ਡੰਡੀ ਮਜਬੂਰ ਵਸ ਬੂਟਾਂ ਸੈਂਡਲਾਂ ਨੂੰ ਬਾਹਰ ਉਤਾਰਨਾ ਪਿਆ ਅਤੇ ਦੂਰੋਂ ਆਏ ਲੜਕੇ ਲੜਕੀਆਂ ਦੇ ਬੈਗ, ਪਰਸ ਅਤੇ ਮੋਬਾਈਲ ਬਾਹਰ ਰੱਖਣ ਲਈ ਕਿਹਾ। ਡੰਡੀ ਬੇਸ਼ੱਕ ਬੈਗ ਮੋਬਾਈਲ ਲਿਆਉਣਾ ਮਨ੍ਹਾ ਹੈ, ਪਰ ਅੱਜ ਦੇ ਭਿਆਨਕ ਦੌਰ ਤੋਂ ਹਰ ਕੋਈ ਜਾਣੂ ਹੈ ਅਤੇ ਮਾਪਿਆਂ ਨੂੰ ਫਿਕਰ ਨਾ ਹੋਵੇ, ਇਸ ਲਈ ਮੋਬਾਈਲ ਇੱਕ ਜ਼ਰੂਰਤ ਬਣ ਜਾਂਦਾ ਹੈ। ਡੰਡੀ ਪਰ ਇਸ ਸਭ ਸਮਾਨ ਨੂੰ ਬਾਹਰ ਖੁੱਲ੍ਹੇ ਵਿੱਚ ਰਖਵਾਇਆ ਅਤੇ ਪੇਪਰ ਸ਼ੁਰੂ ਹੋਣ ਤੋਂ ਬਾਅਦ ਆਏ ਭਾਰੀ ਮੀਂਹ ਕਾਰਨ ਸਭ ਖਰਾਬ ਹੋ ਗਿਆ ਅਤੇ ਸਾਰਿਆਂ ਦੀਆਂ ਜੁੱਤੀਆਂ ਤੇ ਹੋਰ ਸਾਮਾਨ ਸਭ ਗਿੱਲਾ ਹੋ ਗਿਆ ਅਤੇ ਉਹਨਾਂ ਨੂੰ ਨੰਗੇ ਪੈਰੀਂ ਵਾਪਸ ਆਉਣਾ ਪਿਆ। ਡੰਡੀ ਆਖਰ ਕਦੋਂ ਤੱਕ ਵਿਦਿਆਰਥੀਆਂ ਨੂੰ ਨੌਕਰੀਆਂ ਦੇਣ ਦੇ ਨਾਂ ਉੱਤੇ
ਜਲਾਲਤ ਦਾ ਸਾਹਮਣਾ ਕਰਨਾ ਪਵੇਗਾ। ਡੈਂਡੀ ਸਰਕਾਰਾਂ ਅਤੇ SS ਬੋਰਡ ਦੇ ਚੇਅਰਮੈਨ ਰਮਨ ਬਹਿਲ ਨੂੰ ਗੁਜ਼ਾਰਿਸ਼ ਹੈ ਕਿ ਇਸ ਮਨਮਾਨੀ ਨੂੰ ਨੱਥ ਪਾਓ ਅਤੇ ਪ੍ਰੀਖਿਆ ਦੇਣ ਆਏ ਲੜਕੇ ਲੜਕੀਆਂ ਨੂੰ ਸਹੂਲਤਾਂ ਮਿਲਣ ਅਤੇ ਆਪਣੇ ਪੇਪਰ ਧਿਆਨ ਨਾਲ ਕਰ ਸਕਣ। ਡੈਂਡੀ ਪੈਰਾ ਜਿੱਤ ਦਾ ਸਿਹਰਾ ਪਿਛਲੇ ਦਿਨੀਂ 9 ਅਗਸਤ ਨੂੰ ਅਜੀਤ 'ਚ ਛਪਿਆ ਲੇਖ ਓਲੰਪਿਕ ਦਾ ਸਿਹਰਾ ਲੈਣ ਦੀ ਦੌੜ ਪੜ੍ਹਿਆ। ਡੈਂਡੀ ਅਨਿਲ ਜੈਨ ਦਾ ਇਹ ਲੇਖ ਪੜ੍ਹ ਕੇ ਬੜੀ ਖੁਸ਼ੀ ਅਤੇ ਹੈਰਾਨੀ ਹੋਈ। ਡੈਂਡੀ ਖੁਸ਼ੀ ਇਸ ਗੱਲ ਦੀ ਕਿ 2018 ਤੋਂ ਭਾਰਤ ਦੀਆਂ ਦੋਵੇਂ ਹਾਕੀ ਟੀਮਾਂ ਮਰਦ ਅਤੇ ਔਰਤਾਂ ਦੀ ਤਿਆਰੀ ਦੀ ਸਾਰੀ ਜ਼ਿੰਮੇਵਾਰੀ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਲਈ ਹੋਈ ਸੀ। ਡੈਂਡੀ ਉਹਨਾਂ ਨੇ ਦੋਵਾਂ ਟੀਮਾਂ ਲਈ ਆਧੁਨਿਕ ਖੇਡ ਸਹੂਲਤਾਂ ਉਪਲਬਧ ਕਰਵਾਈਆਂ, ਜਿਸ ਦਾ ਨਤੀਜਾ ਦੇਸ਼ ਵਾਸੀਆਂ ਨੇ ਦੇਖ ਲਿਆ। ਜ਼ਿੰਦਗੀ ਬਹੁਤ ਹੀ ਅਨਮੋਲ ਹੈ। ਡੈਂਡੀ ਇਸ ਨੂੰ ਅਜਾਈਂ ਨਾ ਗਵਾਓ। ਡੈਂਡੀ ਇਸ ਜ਼ਿੰਦਗੀ ਨੂੰ ਸਾਨੂੰ ਚੰਗੇ ਪਾਸੇ ਲਾਉਣਾ ਚਾਹੀਦਾ ਹੈ। ਡੈਂਡੀ ਚੰਗੇ ਕਰਮ, ਚੰਗੀਆਂ ਆਦਤਾਂ, ਚੰਗੀ ਜੀਵਨ ਜਾਚ ਨਾਲ ਜਿਉਣਾ ਚਾਹੀਦਾ ਹੈ। ਡੈਂਡੀ ਮੰਨਿਆ ਸਾਨੂੰ ਜ਼ਿੰਦਗੀ ਵਿੱਚ ਬਹੁਤ ਕੰਮ ਅਤੇ ਜ਼ਿੰਮੇਵਾਰੀਆਂ ਹਨ, ਪਰ ਫਿਰ ਵੀ ਸਾਨੂੰ ਕੁਝ ਸਮਾਂ ਆਪਣੇ ਆਪ ਨੂੰ ਵੀ ਦੇਣਾ ਚਾਹੀਦਾ ਹੈ। ਡੈਂਡੀ ਕਦੀ ਵਿਹਲੇ ਸਮੇਂ ਆਪਣੇ ਬਾਰੇ, ਆਪਣੀ ਜ਼ਿੰਦਗੀ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਅਸੀਂ ਕਿਸ ਪਾਸੇ ਵੱਲ ਜਾ ਰਹੇ ਹਾਂ। ਡੈਂਡੀ ਕੀ ਅਸੀਂ ਸਭ ਸਹੀ ਕਰ ਰਹੇ ਹਾਂ ਜੋ ਅਸੀਂ ਆਪਣੀ ਜ਼ਿੰਦਗੀ ਵਿੱਚ ਕਰ ਰਹੇ ਹਾਂ। ਡੈਂਡੀ ਜੇਕਰ ਅਸੀਂ ਕੁਝ ਸਮਾਂ ਆਪਣੇ ਆਪ ਨੂੰ ਦੇਵਾਂਗੇ ਤਾਂ ਸਾਨੂੰ ਬਹੁਤ ਕੁਝ ਸਮਝ ਆਵੇਗਾ ਕਿ ਅਸੀਂ ਕਿਸ ਪਾਸੇ ਵੱਲ ਜਾ ਰਹੇ ਹਾਂ। ਡੈਂਡੀ ਹੋ ਸਕੇ ਤਾਂ ਕਿਸੇ ਗਰੀਬ ਦੀ ਜਾਂ ਕਿਸੇ ਲੋੜਵੰਦ ਦੀ ਮਦਦ ਕਰੋ ਤਾਂ ਤੁਹਾਨੂੰ ਕਿੰਨਾ ਹੀ ਸਕੂਨ ਮਿਲੇਗਾ। ਡੈਂਡੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਅਸੀਂ ਜ਼ਿੰਦਗੀ ਵਿੱਚ ਬਹੁਤ ਦੁਖੀ ਹਾਂ ਤਾਂ ਘਰੋਂ ਬਾਹਰ ਨਿਕਲੋ, ਬਾਹਰ ਦੇ ਲੋਕਾਂ ਨਾਲ ਮਿਲੋ ਤਾਂ ਤੁਹਾਨੂੰ ਆਪਣਾ ਦੁੱਖ ਬਹੁਤ ਹੀ ਘੱਟ ਲੱਗੇਗਾ। ਡੈਂਡੀ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਆਪਣੀ ਜ਼ਿੰਦਗੀ ਖਰਾਬ ਨਾ ਕਰੋ ਅਤੇ ਨਾ ਹੀ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਲੜਾਈ ਝਗੜਾ ਕਰੋ। ਡੈਂਡੀ ਹਾਂ, ਕੁਝ ਲੋਕਾਂ ਨਾਲ ਸਾਡੇ ਵਿਚਾਰ ਨਹੀਂ ਵੀ ਮਿਲ ਸਕਦੇ। ਡੈਂਡੀ ਨਿਰਾਸ਼ ਹੋਣ ਦੀ ਲੋੜ ਨਹੀਂ। ਡੈਂਡੀ ਆਪਣੀ ਜ਼ਿੰਦਗੀ ਕਿਸੇ ਦੇ ਪਿੱਛੇ ਲੱਗ ਬਰਬਾਦ ਨਾ ਕਰੋ। ਡੈਂਡੀ ਆਪਣਾ ਅਤੇ ਆਪਣੀ ਜ਼ਿੰਦਗੀ ਦਾ ਮਹੱਤਵ ਸਮਝੋ। ਡੈਂਡੀ ਇਸ ਜ਼ਿੰਦਗੀ ਨੂੰ ਖਰਾਬ ਨਾ ਕਰੋ। ਡੈਂਡੀ ਹਰੇਕ ਵਿਅਕਤੀ, ਚਾਹੇ ਉਹ ਕਾਲਾ ਹੋਵੇ ਜਾਂ ਗੋਰਾ, ਖੂਬਸੂਰਤ ਹੋਵੇ ਜਾਂ ਨਾ ਹੋਵੇ, ਹਰੇਕ ਦੀ ਆਪਣੀ ਜ਼ਿੰਦਗੀ ਹੈ। ਡੈਂਡੀ ਹਰੇਕ ਦਾ ਆਪਣੀ ਜ਼ਿੰਦਗੀ ਵਿੱਚ ਆਪਣਾ ਅਲੱਗ ਮਹੱਤਵ ਹੈ। ਡੈਂਡੀ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੋ। ਡੈਂਡੀ ਖੁਸ਼ ਰਹਿਣ ਲਈ ਕੌਣ ਕੀ ਕਰ ਜਾਂ ਕਹਿ ਰਿਹਾ ਹੈ, ਇਸ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਡੈਂਡੀ ਅੰਤ ਵਿੱਚ ਰੱਬ ਦੇ ਹਰ ਫੈਸਲੇ ਵਿੱਚ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ। ਡੈਂਡੀ ਕਿਉਂਕਿ ਕਹਿੰਦੇ ਹਨ, ਰੱਬ ਸਾਨੂੰ ਉਹ ਨਹੀਂ ਦਿੰਦਾ ਜੋ ਸਾਨੂੰ ਚੰਗਾ ਲੱਗਦਾ ਹੈ, ਸਗੋਂ ਉਹ ਦਿੰਦਾ ਹੈ ਜੋ ਸਾਡੇ ਲਈ ਚੰਗਾ ਹੈ। ਡੈਂਡੀ ਸਿਆਣਿਆਂ ਨੇ ਕਿਹਾ ਹੈ ਕਿ ਅਕਲ ਬਿਨਾਂ ਖੂਹ ਖਾਲੀ ਹੁੰਦੇ ਹਨ। ਡੈਂਡੀ ਕੋਈ ਭਾਵੇਂ ਕਿੰਨਾ ਵੀ
ਪੜ੍ਹ ਲਿਖ ਜਾਵੇ, ਪਰ ਜੇਕਰ ਉਸ ਨੂੰ ਅਕਲ ਨਹੀਂ ਤਾਂ ਪੂਰੀ ਜ਼ਿੰਦਗੀ ਬੋਝ ਢੋਂਦਾ ਫਿਰਦਾ ਹੈ। ਡੈਂਡੀ ਨਿੱਕੇ ਤੋਂ ਨਿੱਕਾ ਵਿਅਕਤੀ ਵੀ ਅਕਲ ਨਾਲ ਵੱਡੇ ਤੋਂ ਵੱਡੇ ਵਿਅਕਤੀ ਨੂੰ ਮਾਤ ਦੇ ਸਕਦਾ ਹੈ। ਡੈਂਡੀ ਜੇਕਰ ਕਿਸੇ ਨੂੰ ਗਿਆਨ ਦੇ ਨਾਲ ਨਾਲ ਅਕਲ ਵੀ ਹੋਵੇ ਤਾਂ ਇਹ ਸੋਨੇ ਅਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਡੈਂਡੀ ਅਕਲ ਅਜਿਹੀ ਸਿਆਣਪ ਹੁੰਦੀ ਹੈ ਜਿਸ ਨੂੰ ਜੇਕਰ ਕੋਈ ਢੁਕਵੇਂ ਸਮੇਂ 'ਤੇ ਵਰਤ ਲਵੇ ਤਾਂ ਉਸ ਨੂੰ ਅਕਲਮੰਦ ਮੰਨਿਆ ਜਾਂਦਾ ਹੈ। ਡੈਂਡੀ ਪਾਗਲਪਣ ਅਨੇਕ ਤਰ੍ਹਾਂ ਦਾ ਹੋ ਸਕਦਾ ਹੈ, ਪਰ ਅਕਲ ਦੀ ਗੱਲ ਇੱਕੋ ਤਰ੍ਹਾਂ ਦੀ ਹੁੰਦੀ ਹੈ। ਡੈਂਡੀ ਜ਼ਿੰਦਗੀ ਵਿੱਚ ਵੀ ਮਨੁੱਖ ਹਰ ਥਾਂ 'ਤੇ ਅਕਲ ਵਰਤ ਕੇ ਹੀ ਖੁਸ਼ਹਾਲ ਬਣਦਾ ਹੈ। ਡੈਂਡੀ ਹਰ ਇੱਕ ਮਨੁੱਖ ਦੀ ਜ਼ਿੰਦਗੀ ਦਾ ਇੱਕ ਨਿਸ਼ਾਨਾ ਹੁੰਦਾ ਹੈ, ਜਿੱਥੇ ਤੱਕ ਅੱਪੜਨ ਲਈ ਉਸ ਨੂੰ ਅਨੇਕਾਂ ਮੁਸੀਬਤਾਂ ਨੂੰ ਮਾਤ ਦੇਣੀ ਹੁੰਦੀ ਹੈ। ਡੈਂਡੀ ਇਹ ਮਾਤ ਉਹ ਅਕਲ ਵਰਤ ਕੇ ਹੀ ਦੇ ਸਕਦਾ ਹੈ। ਡੈਂਡੀ ਅਕਲ ਦੀ ਵਰਤੋਂ ਕਰਕੇ ਅਸੰਭਵ ਕੰਮ ਵੀ ਸੰਭਵ ਬਣ ਜਾਂਦੇ ਹਨ। ਡੈਂਡੀ ਬੱਚੇ ਨੂੰ ਵੀ ਜੇ ਅਨੁਸ਼ਾਸਨ ਵਿੱਚ ਰਹਿਣਾ ਸਿਖਾ ਦਿੱਤਾ ਜਾਵੇ, ਓਨਾ ਹੀ ਜ਼ਿੰਦਗੀ ਵਿੱਚ ਸਫਲਤਾ ਸਹਿਤ ਅੱਗੇ ਵੱਧਦਾ ਹੈ। ਡੈਂਡੀ ਚਾਣਕਿਆ ਆਖਦਾ ਹੈ, ਪੋਥੀਆਂ ਬੇਅੰਤ ਨੇ, ਪੜ੍ਹਾਈਆਂ ਅਨੇਕ ਨੇ, ਪਰ ਮਨੁੱਖ ਦੀ ਜ਼ਿੰਦਗੀ ਛੋਟੀ ਜਿਹੀ ਹੈ ਅਤੇ ਰੁਕਾਵਟਾਂ ਵੀ ਬਹੁਤ ਹਨ। ਡੈਂਡੀ ਇਸ ਲਈ ਜਿਵੇਂ ਹੰਸ ਦੁੱਧ ਪੀ ਲੈਂਦਾ ਹੈ ਅਤੇ ਪਾਣੀ ਛੱਡ ਦਿੰਦਾ ਹੈ, ਉਸੇ ਤਰ੍ਹਾਂ ਕੰਮ ਦੀਆਂ ਗੱਲਾਂ ਨੂੰ ਸਿੱਖਣਾ ਅਤੇ ਫਜ਼ੂਲ ਦੀਆਂ ਗੱਲਾਂ ਨੂੰ ਛੱਡ ਦੇਣਾ ਚਾਹੀਦਾ ਹੈ। ਡੈਂਡੀ ਆਲਸ ਨੂੰ ਅਕਲ ਦਾ ਦੁਸ਼ਮਣ ਮੰਨਿਆ ਜਾਂਦਾ ਹੈ, ਕਿਉਂਕਿ ਅਕਲਮੰਦ ਵਿਅਕਤੀ ਕਦੀ ਵੀ ਕਿਸੇ ਕੰਮ ਵਿੱਚ ਆਲਸ ਨਹੀਂ ਕਰਦਾ। ਡੈਂਡੀ ਜਿਵੇਂ ਅੱਖਾਂ ਤੋਂ ਬਗੈਰ ਐਨਕ ਵਿਅਰਥ ਹੁੰਦੀ ਹੈ, ਉਸੇ ਤਰ੍ਹਾਂ ਕਿਤਾਬਾਂ ਪੜ੍ਹ ਕੇ ਗਿਆਨ ਹਾਸਲ ਕਰਨ ਤੋਂ ਬਿਨਾਂ ਕਿਤਾਬਾਂ ਦੇ ਭੰਡਾਰ ਇਕੱਠੇ ਕਰਨਾ ਵੀ ਬੇਅਕਲੀ ਹੁੰਦੀ ਹੈ। ਡੈਂਡੀ ਅਕਲ ਰਾਹੀਂ ਮਨੁੱਖ ਸਵੈ ਸੁਚੇਤ ਹੋਣ ਦਾ ਵੱਲ ਵੀ ਸਿੱਖਦਾ ਹੈ। ਡੈਂਡੀ ਅਕਲਮੰਦ ਕੋਲ ਜੋ ਰੁਪਈਏ ਥੋੜ੍ਹੇ ਵੀ ਹੋਣ ਤਾਂ ਉਹ ਉਹਨਾਂ ਵਿੱਚੋਂ ਜ਼ਰੂਰਤ ਦੀ ਚੀਜ਼ ਵੀ ਖਰੀਦ ਲੈਂਦਾ ਹੈ ਅਤੇ ਬੱਚਤ ਵੀ ਕਰ ਲੈਂਦਾ ਹੈ। ਡੈਂਡੀ ਇਸ ਦੇ ਉਲਟ ਬੇਅਕਲ ਕੋਲ ਵਾਧੂ ਪੈਸੇ ਵੀ ਘਟ ਜਾਂਦੇ ਹਨ। ਡੈਂਡੀ ਕਈ ਇਨਸਾਨ ਇੰਨੇ ਅਕਲਮੰਦ ਹੁੰਦੇ ਹਨ, ਜੇਕਰ ਉਹਨਾਂ ਨੇ ਕਿਸੇ ਨੂੰ ਡਾਂਟਣਾ ਜਾਂ ਗੁੱਸੇ ਹੋਣਾ ਹੁੰਦਾ ਹੈ ਤਾਂ ਉਹ ਗਲਤ ਹੋਏ ਕੰਮ ਨੂੰ ਆਪਣੀ ਅਕਲ ਦੀ ਵਰਤੋਂ ਰਾਹੀਂ ਮਿੱਠੀ ਜ਼ਬਾਨ ਵਰਤ ਕੇ ਸਹੀ ਕਰਵਾ ਲੈਂਦੇ ਹਨ। ਡੈਂਡੀ ਅਜਿਹੀ ਅਕਲਮੰਦੀ ਨਾਲ ਕੰਮ ਵੀ ਹੋ ਜਾਂਦਾ ਹੈ ਅਤੇ ਦੂਜੇ ਨਾਲ ਰਿਸ਼ਤਾ ਵੀ ਨਹੀਂ ਵਿਗੜਦਾ। ਡੈਂਡੀ ਜਿਹੜਾ ਮਨੁੱਖ ਅਕਲਮੰਦਾਂ ਦੀ ਸੰਗਤ ਵਿੱਚ ਵਿਚਰਦਾ ਹੈ, ਉਹ ਜੀਵਨ ਦੀ ਹਰ ਮੁਸੀਬਤ ਝਾਗਣ ਦਾ ਬਲ ਰੱਖਦਾ ਹੈ। ਡੈਂਡੀ ਅਕਲਮੰਦ ਦਾ ਝੋਲਾ ਭਰਿਆ ਹੁੰਦਾ ਹੈ ਅਤੇ ਬੇਅਕਲ ਦਾ ਖਾਲੀ ਹੁੰਦਾ ਹੈ। ਡੈਂਡੀ ਅਕਲਮੰਦ ਭਵਿੱਖ ਪ੍ਰਤੀ ਚਿੰਤਤ ਹੁੰਦਾ ਹੈ, ਕਿਉਂਕਿ ਉਹ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਾ ਹੈ। ਡੈਂਡੀ ਅਕਲਮੰਦੀ ਹਮੇਸ਼ਾ ਚੰਗੇ ਨਤੀਜੇ ਲਿਆਉਂਦੀ ਹੈ। ਡੈਂਡੀ ਮਹਾਨ ਸ਼ਖਸੀਅਤਾਂ ਦੇ ਜੀਵਨ ਬਿਊਰੇ ਪੜ੍ਹ ਕੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉਹਨਾਂ ਨੇ ਢੁਕਵੇਂ ਸਮੇਂ 'ਤੇ ਸਦਾ ਅਕਲ ਵਰਤ ਕੇ ਸਮੱਸਿਆ ਦਾ ਹੱਲ ਕੀਤਾ। ਡੈਂਡੀ ਇਸ ਲਈ ਕਿਹਾ ਜਾ ਸਕਦਾ ਹੈ ਕਿ ਅਕਲ ਬੇਸ਼ਕੀਮਤੀ ਤੋਹਫ਼ਾ ਹੈ, ਜਿਸ ਦੀ ਜ਼ਰੂਰਤ ਜੀਵਨ ਕਾਲ ਦੌਰਾਨ ਮਨੁੱਖ ਨੂੰ ਸਦਾ ਰਹਿੰਦੀ ਹੈ। ਡੈਂਡੀ